email us at info@suffertv.net. Wonderful. Thank you, guys. Food. No farmers. No food. No farmers. No food. No farmers. No food. किसान एकता, किसान एकता, किसान एकता, किसान एकता, no farmers, no food, no farmers, no food, no farmers, no food, no farmers, किसान एकता, किसान एकता, किसान एकता, जिंदाबाद, बोले सोनिहाल, सत श्री अकाल।
ਅਸੀਂ ਇੱਥੇ ਚਾਹ ਪੀਣ ਨਹੀਂ ਆਏ, ਅਸੀਂ ਇੱਥੇ ਆਏ ਆ ਸਾਡੇ ਬਜ਼ੁਰਗ ਜਿਹੜੇ ਦਿੱਲੀ ਦੇ ਵਿੱਚ ਅੱਜ ਠੰਡ ਦੇ ਵਿੱਚ ਪਲੇਟਫਾਰਮ ਦੇ ਉੱਤੇ ਪਏ ਹੋਏ ਆ। ਅਸੀਂ ਚੂੜੀਆਂ ਪਾ ਕੇ ਨਹੀਂ ਬੈਠੇ ਹੋਏ, ਅਸੀਂ ਬੈਠੇ ਹੋਏ ਆ ਆਪਣੇ ਬਜ਼ੁਰਗਾਂ ਦੇ ਜਿਵੇਂ ਉਹ ਕਹਿਣਗੇ ਅਸੀਂ ਉਵੇਂ ਕਰਾਂਗੇ। ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ, ਮਿਲੀਅਨ ਤੋਂ ਲੋਕ ਉੱਤੇ ਮਰ ਗਏ, ਅਸੀਂ ਇੱਧਰ ਆਏ, ਉੱਧਰ ਦੇ ਲੋਕ ਉੱਧਰ ਗਏ, ਜ਼ਮੀਨਾਂ ਵੰਡੀਆਂ। ਅੱਜ ਜਿਹੜੀ ਜ਼ਮੀਨ ਦਾ ਮੈਂ ਮਾਲਿਕ ਹਾਂ ਉਸ ਜ਼ਮੀਨ 'ਚ ਟਿੱਬੇ ਹੁੰਦੇ ਸੀ, ਅੱਜ ਉੱਥੇ ਝੋਨਾ ਲੱਗਦਾ। ਕੀ ਤੁਹਾਡੇ ਵਿਚਾਰ ਨੇ, ਕਿੰਨਾ ਕੁ ਇਕੱਠ ਲੱਗਦਾ ਸੀ ਤੁਹਾਨੂੰ? ਘੱਟ ਸੀਗਾ ਮੇਰੇ ਖਿਆਲ ਨਾਲ 1000 ਕੁ ਬੰਦਾ ਹੋਊਗਾ ਤੇ ਆਲਮੋਸਟ 400 ਤੋਂ 500 ਗੱਡੀ ਆ। ਤੇ ਇੱਥੋਂ ਇਹ ਪਤਾ ਲੱਗਦਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਸੱਚੀ ਦਰਦ ਆ ਤੇ ਲੋਕ ਚਾਹੁੰਦੇ ਆ ਕਿ ਇਸ ਚੀਜ਼ ਦਾ ਹੱਲ ਹੋਵੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇੰਡੀਆ ਦੇ ਵਿੱਚ ਇਨਸਾਨੀਅਤ ਦਾ ਘਾਣ ਹੋ ਰਿਹਾ ਤੇ ਫਾਰਮਰਸ ਲਈ ਜਿਹੜੇ ਬਿੱਲ ਨੇ ਇਹ ਵੀ ਖਤਰਨਾਕ ਨੇ। ਤੇ ਇੱਥੇ ਜਿੰਨੇ ਇੱਥੇ ਆਏ ਆ ਮੇਰੇ ਖਿਆਲ ਨਾਲ ਹਰ ਇੱਕ ਇਨਸਾਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫਾਰਮਿੰਗ ਦੇ ਨਾਲ ਜੁੜਿਆ ਹੋਇਆ ਵਾ। ਸੋ ਹਰ ਇੱਕ ਨੂੰ ਲੱਗਦਾ ਕਿ ਇਹ ਉਹਦਾ ਖੁਦ ਦਾ ਪਰਸਨਲ ਇਸ਼ੂ ਹੋ ਚੁੱਕਿਆ ਇੱਕ ਤਰ੍ਹਾਂ ਨਾਲ। ਜਦੋਂ ਕਿਸੇ ਨੂੰ ਇਹ ਲੱਗਣ ਲੱਗ ਜਾਂਦਾ, ਹਰ ਇੱਕ ਇਨਸਾਨ ਨੂੰ ਲੱਗ ਰਿਹਾ ਕਿ ਮੇਰਾ ਪਰਸਨਲ ਇਸ਼ੂ ਆ, ਤੇ ਫਿਰ ਉਹ ਜਿਹੜਾ ਅੰਦੋਲਨ ਆ ਵੱਡਾ ਹੋਈ ਜਾਂਦਾ ਹੁੰਦਾ। ਸੇ ਉਹੀ ਹੋ ਰਿਹਾ ਅੱਜ। ਦਵਿੰਦਰ ਗਰੇਵਾਲ ਜੀ, ਜੇ ਕਲਾਕਾਰਾਂ ਦਾ ਜੋ ਇੱਕ ਸਹਿਯੋਗ ਹੈ, ਜੋ ਕਿਸਾਨ ਏਕਤਾ ਨੂੰ ਜਿਹੜਾ ਕਲਾਕਾਰ ਦੇ ਰਹੇ ਨੇ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਵੀ ਤੁਸੀਂ ਕਹਿ ਲਓ ਵੀ ਕਲਾਕਾਰ ਆ, ਉਹਨਾਂ ਦੇ ਨਾਲ ਇੱਕ ਯੰਗ ਯੂਥ ਆ ਜਿਹੜਾ ਜੁੜਿਆ ਹੁੰਦਾ, ਤੇ ਕਲਾਕਾਰਾਂ ਦੇ ਨਾਲ ਆਉਣ ਨਾਲ ਯੂਥ ਦੇ ਇਸ ਜਿਹੜਾ ਇਹ ਅੰਦੋਲਨ ਹੋਇਆ ਉਹਦੇ ਵਿੱਚ ਯੂਥ ਜੁੜ ਗਿਆ ਤੇ ਕਲਾਕਾਰਾਂ ਦਾ ਮੇਰੇ ਖਿਆਲ ਨਾਲ ਇਹਦੇ ਵਿੱਚ ਕਾਫੀ ਵੱਡਾ ਯੋਗਦਾਨ ਆ, ਜਿਹਦੇ ਕਰਕੇ ਜਾਣੀ ਕਿ ਇਹ ਅੰਦੋਲਨ ਵਧਿਆ ਹੀ ਆ। ਹਾਂਜੀ, ਫਾਇਦਾ ਹੀ ਹੋਇਆ, ਨੁਕਸਾਨ ਨਹੀਂ ਹੋਇਆ। ਹੁਣ ਤੱਕ ਤੁਸੀਂ ਇਸ ਅੰਦੋਲਨ ਦੀ ਕੀ ਪ੍ਰਾਪਤੀ ਮੰਨਦੇ ਹੋ ਕਿ ਇਹ ਕਿੱਥੋਂ ਤੱਕ ਜਾਏਗਾ? ਕੀ ਸਰਕਾਰ ਸਾਡੇ ਪੂਰੇ ਝੁਕ ਜਾਏਗੀ ਕਿ ਕੁਝ ਹੋਰ ਇਹਦੇ ਸਿੱਟੇ ਨਿਕਲਣਗੇ? ਇਸ ਬਾਰੇ ਮੇਰੇ ਖਿਆਲ ਨਾਲ ਝੁਕੀ ਗਈ, ਸਰਕਾਰ ਝੁਕੀ ਹੋਈ ਆ ਤੇ ਪ੍ਰੈਸ਼ਰ ਇਟਸ ਆਲ ਲਾਈਕ ਜਿਵੇਂ ਆਪਾਂ ਸੁਣਿਆ ਨੇ ਪ੍ਰੈਸ਼ਰ ਗੇਮ ਆ ਇਹ, ਤੇ ਪ੍ਰੈਸ਼ਰ ਇਸ ਵਕਤ ਪੂਰਾ ਸਰਕਾਰ ਦੇ ਉੱਤੇ ਬਣਿਆ ਹੋਇਆ ਤੇ ਉਹਨੂੰ ਅੱਜ ਨਹੀਂ ਤਾਂ ਕੱਲ ਮੰਗਾਂ ਤਾਂ ਮੰਨਣੀਆਂ ਹੀ ਪੈਣੀਆਂ ਨੇ। ਚਲੋ, ਜੇ ਸਰਕਾਰ ਮੰਗਾਂ ਮੰਨਦੀ ਵੀ ਹੈ ਕਿ ਕੀ ਸਿਰਫ ਇੱਕ MSP ਮਿਲਣ 'ਚ ਕਿਸਾਨ ਖੁਸ਼ ਹੋ ਰਹਿਣਗੇ, ਸੰਤੁਸ਼ਟ ਹੋਣਗੇ? ਸੰਤੁਸ਼ਟ ਆਏ ਆ। ਦੇਖ ਹੁਣ MSP ਤਾਂ ਹਲੇ ਵੀ ਮਿਲ ਰਹੀ ਆ ਤੇ ਹਜੇ ਵੀ ਬਹੁਤ ਪ੍ਰੋਬਲਮ ਨੇ ਜਿਹੜੀਆਂ ਉਹਨਾਂ ਦੇ ਹੱਲ ਹੋਣ ਦੀ ਲੋੜ ਆ। ਪਰ ਚਲੋ ਜਿੱਥੇ ਹੈਗਾ, ਪਰ ਜੇ MSP ਨਹੀਂ ਰਹਿੰਦੀ ਤਾਂ ਜਿਸ ਲੈਵਲ ਤੇ ਅੱਜ ਕਿਸਾਨ ਹੈਗਾ ਉਸ ਤੋਂ ਵੀ ਥੱਲੇ ਕਰ ਜੂਗਾ। ਸੋ MSP ਮਿਲਣ ਦੇ ਨਾਲ ਇਹ ਤਾਂ ਹੈ ਕਿ ਵੀ ਗਰੰਟੀ ਹੋ ਜੂਗੀ, ਤਾਂ ਜਿੱਥੇ ਹੈਗਾ ਉੱਥੇ ਤਾਂ ਅਸੀਂ ਹੈਗੇ ਹੀ ਆ, ਇਸ ਤੋਂ ਥੱਲੇ ਤਾਂ ਨਹੀਂ ਜਾਊਗਾ। ਪਰ ਹੋਰ ਬਹੁਤ ਇਸ਼ੂ ਨੇ। ਹੁਣ ਬਹੁਤ ਹੀ ਵਧੀਆ ਵੈਸੇ ਮੌਕਾ ਵੀ ਆਇਆ ਹੋਇਆ ਵਾ, ਸਰਕਾਰ ਪ੍ਰੈਸ਼ਰ ਦੇ ਥੱਲੇ ਆ, ਸਰਕਾਰ ਕਰਨਾ ਚਾਹੁੰਦੀ ਆ ਕਿ ਬਈ ਜੋ ਇਹ ਚਾਹੁਣ ਮੰਗਾਂ ਮਨਵਾ ਸਕਦੇ ਆ ਆਪਣੀਆਂ ਜਾਇਜ਼, ਤੇ ਮੇਰੇ ਖਿਆਲ ਨਾਲ ਸ਼ਾਇਦ ਇਹਨਾਂ ਨੂੰ MSP ਦੇ ਉੱਤੇ ਨਹੀਂ ਰੁਕਣਾ ਚਾਹੀਦਾ, ਹੋਰ ਵੀ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਗੱਲ ਕਰਨੀ ਚਾਹੀਦੀ ਹੈ ਸਰਕਾਰ ਦੇ ਨਾਲ। ਤੁਹਾਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਜੋ ਅੱਜ ਦੇ ਕੈਪਟਨ ਸਾਹਿਬ ਸਾਡੇ ਮੁੱਖ ਮੰਤਰੀ ਨੇ ਉਹ ਕਿਸਾਨਾਂ ਦਾ ਸਾਥ ਦੇ ਰਹੇ ਨੇ? ਯਾਰ ਮੇਰੇ ਖਿਆਲ ਨਾਲ ਤਾਂ ਕਿਸੇ ਵੀ ਸਰਕਾਰ ਨੇ ਅੱਜ ਤੱਕ ਕਿਸਾਨਾਂ ਦਾ ਸਾਥ ਦਿੱਤਾ ਹੀ ਨਹੀਂ ਕਦੇ। ਸੋ ਇਹ ਸਰਕਾਰਾਂ ਨੇ ਜਿਹੜੀਆਂ ਇਹ ਲੋਟੂ ਟੋਲੇ ਹੀ ਨੇ। ਤੇ ਮੈਂ ਤਾਂ ਜਿਵੇਂ ਹੁਣ ਭਾਰਤ ਆਪਾਂ ਬੜੇ ਖੁਸ਼ ਹੋ ਕੇ ਕਹਿੰਦੇ ਆ ਸਾਨੂੰ ਭਾਰਤੀ ਹੋਣ ਤੇ ਮਾਣ ਆ, ਪਰ ਬੜੇ ਦੁੱਖ ਦੀ ਗੱਲ ਆ ਕਿ ਮੈਨੂੰ ਨਹੀਂ ਲੱਗਦਾ ਕਿਸੇ ਵੀ ਭਾਰਤੀ ਸਰਕਾਰ ਨੇ ਕਦੇ ਸਿੱਖਾਂ ਨੂੰ ਖਾਸ ਤੌਰ ਤੇ ਭਾਰਤੀ ਮੰਨਿਆ। ਸੋ ਇਸ ਚੀਜ਼ ਦਾ ਬੜਾ ਦੁੱਖ ਆ, ਪਰ ਸਾਨੂੰ ਹਜੇ ਵੀ ਆਸ ਆ ਕਿ ਚਲੋ ਇੱਕ ਦਿਨ ਇਹੋ ਜਿਹਾ ਆਊਗਾ ਤੇ ਵੀ ਜਿਸ ਤਰੀਕੇ ਦੇ ਨਾਲ ਇਹ ਕਿਸ ਕਰਵਟ ਲੈਂਦਾ ਵਾ, ਜਿਵੇਂ ਜੋ ਚੱਲ ਰਿਹਾ ਮਾਹੌਲ, ਤੇ ਵੀ ਸਾਨੂੰ ਆਪਦਾ ਜਿਹੜਾ ਬਣਦੇ ਹੱਕ ਮਿਲਣਗੇ। ਸਾਡੇ ਨਾਲ ਇੱਥੇ ਗੋਲਡੀ ਢਿੱਲੋਂ ਜੀ ਮੌਜੂਦ ਨੇ। ਤੁਹਾਨੂੰ ਕੀ ਲੱਗਦਾ ਕਿ ਇਸ ਅੰਦੋਲਨ ਦੇ ਕੀ ਸਿੱਟੇ ਨਿਕਲਣਗੇ? ਬਿਲਕੁਲ ਜਿਹੜਾ ਦਵਿੰਦਰ ਸਿੰਘ ਨੇ ਦੱਸਿਆ ਉਹ ਵੀ ਸਾਰਾ ਕੁਝ ਬਿਲਕੁਲ ਸੇਮ
बहुत वधिया चल रहा तो सिरे लगन वाला ही है। 9 तरीक को मीटिंग रखी है तो 9 तरीक वाली मीटिंग होपफुली सारा कुछ डन हो। ਇਹ ਜੀ ਸਨ ਗੋਲਡੀ ਢਿੱਲੋਂ ਜੀ ਤੇ ਬਹੁਤ ਵਧੀਆ ਜਵਾਬ ਦਿੱਤੇ ਨੇ ਸ਼੍ਰੀ ਦਵਿੰਦਰ ਗਰੇਵਾਲ ਜੀ ਨੇ ਤੇ ਤੁਸੀਂ ਵੇਖ ਹੀ ਰਹੇ ਹੋ ਕਿ ਇਹ ਵੀ ਡਟ ਕੇ ਸਾਡੇ ਨਾਲ ਖੜੇ ਨੇ ਅੱਜ ਮੋਢੇ ਨਾਲ ਮੋਢਾ ਜੋੜ ਕੇ। ਅਸੀਂ ਸਾਰਾ ਹਿੰਦੁਸਤਾਨ ਸਾਰੀ ਦੁਨੀਆ ਨੂੰ ਸਾਡੇ ਨਾਲ ਇਸ ਤਰ੍ਹਾਂ ਖੜਨਾ ਚਾਹੀਦਾ ਕਿਉਂਕਿ ਅਸੀਂ ਪੰਜਾਬ ਬਚਾਉਣਾ ਹੈ, ਅਸੀਂ ਆਉਣ ਵਾਲੀਆਂ ਨਸਲਾਂ ਬਚਾਉਣੀਆਂ ਨੇ, ਅਸੀਂ ਆਪਣਾ ਫਸਲਾਂ ਬਚਾਉਣੀਆਂ ਨੇ ਕਿ ਅਸੀਂ ਜਿਉਂਦੇ ਵਸਦੇ ਰਹੀਏ। ਜੇ ਸਾਡੀਆਂ ਨਸਲਾਂ ਹੀ ਖਤਮ ਹੋ ਗਈਆਂ ਤੇ ਅਸੀਂ ਵੀ ਖਤਮ ਹੋ ਜਾਵਾਂਗੇ। ਥੈਂਕ ਯੂ ਵੈਰੀ ਮਚ। जो जट्टां नूं कीता जट खुश नहीं तो फिर क्यों उन्होंने धक्के ना खाऊंगा है ना। चलो वो खाना नहीं चाहते क्यों उन्होंने खाऊंगा, वो लाइक नहीं करते जिन्हें भी इन्हें कानून बनाए ने तो वापस लैन पे आपदे है ना। इस करके प्रोटेस्ट कर रहे हैं असीं जट्टां दे नाल पंजाबियां दे नाल जिन्ने भी पंजाब इंडिया दे किसान ने उन्होंने नाल खड़े हैं। ठीक है बाकी असीं ला रहे हैं सारा दिखा रहे हैं भी अमेरिका भी जट नाल ने उन्होंने। मेरा नाम जसप्रीत सिंह सिद्धू है तो मैं मिशिगन पिछले 6 साल तो मैं इत्थे रह रहा तो मैं एक फार्मिंग कम्यूनिटी में बिलोंग करता। मेरे पेरेंट्स मेरे खेती साडे मतलब भी जिमें कि हैगा कि जनरेशन चलती आ रही है, चाहे असी स्कूलों पढ़े हैं सारा कुछ हैगा वा पर दैन जो खेती का टॉपिक है इट्स वेरी नियर एंड डियर टू माई हार्ट। दैट्स व्हाट आई एम हियर। तो असी बड़े ही घट टाइम च इवेंट ऑर्गेनाइज की है। दिस इज़ नॉट अ पोलिटिकल इवेंट जिथे कि आप किसी सैपरेटिस्ट या किसी होर एजेंडा में असी पेश अगे करने जा रहे हैं। दिस इज़ द मेन इवेंट, द मेन रीजन असी आप करने जा रहे हैं इवेंट के वी हैव टू क्रिएट अवेयरनेस अबाउट कि उत्थे की अट्रॉसिटीज़ हो रही हैं कि किवें उत्थे बेसिक ह्यूमन राइट्स किसानों के उन्होंने नाल की हो रहा है। So I will take only 2 minutes of your time and then after that I will leave open to, we have lined up a couple of speakers who have reached out to us in advance ते तुसी जिवें अपना आउणा ते नाल तुसी आके you can express your feelings। So एक बड़ा ही सिंपल शब्द जिहड़ा इंडियन गवर्नमेंट सारे वास्ते यूज करती है जिहड़ा भी कोई क्वेश्चन करता वा वो हैगा गुमराह भी ये बंदे गुमराह होए हैं। So in English I would just say I'm not misled, you are not misled, we all are not misled। Anyone who dares to question the Indian government's intent is always labeled not only as misled but as a separatist, extremist, Khalistani, Maoist, in other words anti-government, anti-Indian। 3 months ago the Indian government passed 3 farm bills in an undemocratic way। Those bills are supposed to help farmers, yet इसे किसान ने नहीं कहा भी आ जाके तुसी बिल बनाओ। By the way, before 2014 the very same people were opposing these bills for being anti-farmer। Please don't insult our intelligence, असी बेवकूफ बंदे नहीं हैगे। We know what they think of us, Punjabi खास करके, that we are drug addicts, we are alcoholics and unorganized masses। In reality we are doctors, we are engineers, we are businessmen, hard workers, and above all we are farmers because this is in our blood। When our brothers and sisters and elders protested peacefully for their rights, they were met with gas, tear gas, batons, water cannons and much more, but that didn't lower their spirits। The very same law enforcement that were crashing at them were being fed by the very same farmer hands। Such is the kindness of Indian farmers। Today we are here to create awareness about the fundamental human rights of Indian farmers, to protest peacefully and find ways to repeal these laws। Again I want to remind everybody this is not a religious issue, it's सिखां दा कोई issue नहीं हैगा। It's not a Punjab's issue, this is an issue about the farmers and that's why we are here to support farmers and that's for all। I thank everybody for showing up here on such a short notice। I must say the Indian government forgot one thing by throwing water on a small sapling। What they forgot
ਜੇ ਤੁਸੀਂ ਕਿਸੇ ਪਾਣੀ ਕਿਸੇ ਬੀਜ ਨੂੰ ਦਿੰਦੇ ਹੋ ਉਹ ਬੂਟੇ ਬਣਦੇ ਨੇ ਤੇ ਉਹ ਵੱਡੇ ਹੁੰਦੇ ਨੇ and look at this crowd now here the small thing that they're trying to suppress is spreading like a wildfire ਪੰਜਾਬ 'ਚ ਨਹੀਂ ਦਿੱਲੀ ਤੋਂ ਹੀ ਸਾਰੇ ਪਾਸੇ ਸਾਰੀ ਦੁਨੀਆ ਤੇ now everybody is aware of what's happening in India so in next 45 minutes or so our volunteers we are 6 or 7 here we're gonna reaching out to everybody in the crowd to hear your feeling like why you're here to Odubad around 2:30 we're gonna be beginning the car rally that's gonna go across the block to Canton Center to jaake make a right on Geddes and then on Beck Road again right on Cherry Hill and back we're gonna finish the car rally back in this heritage park again thank you everyone for showing up here and now I'm gonna pass on to Harpreet Chima and then we're gonna begin our next program here. No farmers, no food. No farmers, no farmers, no farmers. ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਪ੍ਰੀਤ ਚੀਮਾ ਤੇ ਜਸ ਨੇ ਬਹੁਤ ਹੀ ਵਧੀਆ ਸ਼ਬਦਾਂ 'ਚ ਐਕਸਪ੍ਰੈਸ ਕੀਤਾ ਕਿ ਆਪਾਂ ਇੱਥੇ ਅੱਜ ਕਿਉਂ ਇਕੱਠੇ ਹੋਏ ਹਾਂ ਤੇ ਇੱਥੇ ਮੇਰੇ ਖੱਬੇ ਹੱਥੇ ਜਿਹੜੇ ਮੇਰੇ ਵੀਰ ਭੈਣ ਛੋਟੇ ਭਾਈ ਛੋਟੇ ਭੈਣ ਬੱਚੇ ਮੇਰੇ ਪੇਰੈਂਟਸ all ਬਜ਼ੁਰਗ who are here who want to express ਜਿਹੜੇ ਐਕਸਪ੍ਰੈਸ ਕਰਨਾ ਚਾਹੁੰਦੇ ਨੇ ਪਲੀਜ਼ ਇੱਥੇ ਪਾਸੇ ਆ ਜਾਓ maintain a COVID distance and we would like you to express your solidarity for the farmers who have been protesting today is the 81st day ਅੱਜ 81ਵਾਂ ਦਿਨ ਹੈ ਜਿਹੜੇ ਉਹ farmers ਉੱਥੇ ਖੜ ਕੇ ਆਪਣੀ ਹੱਕਾਂ ਲਈ ਲੜ ਰਹੇ ਨੇ and all the human right violations are going on and we must express our solidarity. Please feel free to express yourself. The more you express, the more we record. This is going to get highlighted to the top echelons in Delhi. मैं रघुवीर सिंह जो लुधियाने जिले में बिलोंग करना पंजाब तो मेरी एज अप्रोक्सीमेटली 67 ईयर मैं अपने हत्थों के नाल खेती भी की है उस तो बाद मैं आर्मी च भी नौकरी की है लेकिन जो हालात अज साडे पंजाब दे बने हुए ने वो बर्दाश्त तो बाहर ने ये अज नहीं बने ये बहुत चिर तो स्कीमां चलियां हुई ने अगर आपां किसी कौम नूं किसी स्टेट नूं खत्म करना तो पहला उसका पानी खत्म करो सब तो पानी खोया गया तां नहीं बोले ये किसी का कसूर नहीं अगर साडे चुने हुए नुमाइंदे ਜਿਹੜੇ ਅਸੀਂ ਵੋਟਾਂ ਪਾ ਕੇ ਭੇਜਦੇ ਆ ਉਹ ਜਾਗਦੇ ਰਹਿਣ ਪਾਰਲੀਮੈਂਟ ਚ ਆ ਕੇ ਤਾਂ ਕਿਸੇ ਦੀ ਹਿੰਮਤ ਨਹੀਂ ਕਿ ਸਾਡੇ ਬਰਖਲਾਫ ਕੋਈ ਕਾਨੂੰਨ ਬਣਾ ਜਾਵੇ ਉਹ ਆ ਕੇ ਸੌਂ ਜਾਂਦੇ ਨੇ ਉਹਨਾਂ ਨੂੰ ਵਜ਼ੀਰੀ ਮਿਲ ਜਾਂਦੀ ਆ ਉਹ ਅੱਖਾਂ ਬੰਦ ਕਰਕੇ ਇਹੋ ਜਿਹੇ ਕਾਨੂੰਨਾਂ ਦੇ ਉੱਤੇ ਸਾਈਨ ਕਰਦੇ ਨੇ ਮੈਂ ਮਾਫੀ ਚਾਹੁੰਦਾ ਕੋਈ ਮੇਰਾ ਵੀਰ ਉਸ ਪਾਰਟੀ ਨੂੰ ਬਿਲੋਂਗ ਕਰਦਾ ਹੋਊ ਇਹ ਚੀਜ਼ ਨੂੰ ਮਾਈਂਡ ਨਾ ਕਰਿਓ ਅੱਜ ਉਹਨਾਂ ਦੀ ਕੀ ਹਾਲਤ ਬਣੀ ਆ मेरे बहुत ही सत्कारयोग केंद्रीय मंत्री सी वो पता की कहती आ हुण ना मैं पेकिया ने रखी ना मैं सहुरियां दी होई जिन्ना दिल्ली जाके हसी उन्ना पंजाब जाके रोई अज बिल सीने विच भर गया मेरे तीर बन के हुण रखड़ी बना लो मेरे तो वीर बन के हुण किसानां दी भैण बनदी आ वो किसानां दी भैण बनदी आ जे तू उत्थे जा तैनूं बन्निया सी पहरेदारी दित्ती सी पंजाब दी चौकीदारी दी सी तू उत्थे अखां खुलियां रख दी सानू सड़कां ते रोण दी लोड़ ना पैंदी सो मेरे वीरो भैनों बच्चों मोदी वो जिन्हें अपना घर नहीं चलाया वो साडा देश की चलाऊगा इहदी घर वाली नूं कोई पुछदा कहंदा भैन जी बई मैनू एक गल दसो भी तुहाडे घर वाला झूठ बहुत बोलदा ओहदे कोई सुपने अपने जिहड़े गल्लां करदा वादे सच्चे नहीं होंगे उन्हें पता की जवाब दिता कहनी जे इसके वादे सच्चे होते तो हमारे घर में भी आज बच्चे होते श्री अकाल सो मैं बधाई देना बस मैं बधाई देना आप पीसफुली जो कर रहे हैं उन्होंने किसानों भी बधाई देना जेड़े अज उत्थे बड़े पीसफुली दे नाल काम कर रहे हैं। अज एक खबर चल रही सी वो मेरा बहुत नज़दीकी नौजवान है मेरी रिश्तेदारी चो साडा प्राहुणा है
ਜਿਹਦੀ ਡੈਥ ਹੋਈ ਆ ਰਸਤੇ 'ਚ ਐਕਸੀਡੈਂਟ 'ਚ ਦਿੱਲੀ ਤੋਂ ਆਉਂਦੇ ਹੋਏ ਦੀ। ਸੋ ਮੈਂ ਇੰਨੀਆਂ ਗੱਲਾਂ ਕਰਦਾ ਹੋਇਆ ਮਾਫੀ ਚਾਹੁੰਦਾ। ਆਪਾਂ ਸਾਰਿਆਂ ਨੇ ਪਿਆਰ ਦੇ ਨਾਲ ਅੱਖਾਂ ਖੋਲ ਦੇਣੀਆਂ ਨੇ ਅੱਜ ਬਈ ਹਾਂ ਕੋਈ ਬਾਹਰ ਵੀ ਬੈਠੇ ਕਿਸਾਨਾਂ ਦੀ ਸਪੋਰਟ 'ਤੇ ਬੈਠੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। The big issue is the farmers that they are protesting, and it's very easy to label them as anti-nationalists. It's no different from Black Lives Matter, the way that movement was mischaracterized. So we are optimistically hoping that democracy in India will thrive, and that's why we are here to promote the democracy in India and the farmers movement, and it's not about trying to cause divisiveness. So with that, I'll pass it on. Thank you, Harpreet, and thanks all the city officials for coming out. मेरा नाम दविंदर सिंह मार्क ते आज मैं speech देना English ਵਿੱਚ, that way we can bring awareness to our fellow Americans. ते as a Punjabi, I want to lend my support to all of our brothers and sisters in Punjab, in New Delhi, who are protesting on the front lines. Not only just in Delhi, Punjab, India, all over the world. I've been watching protests of all of our communities getting together. New York City, Chicago, Vancouver, Brampton, Mississauga. I'm so happy that our community here came out to support. I just wanted to say, you know, that as a physician, I am shocked and appalled, you know, by the way that the Indian government is treating the people who are peacefully protesting in India. They are hosing them down in the streets, tear gas. We're talking elderly people who are just wanting to get their voices heard. The India government, they're saying that they're a democratic society, that they listen to their people, but they're not hearing why people are protesting. So my plea to the Indian government is listen to your people. Listen to what they have to say. Farmers are hard-working, honest people. They're just trying to make an honest living, and that way of life is being threatened by these new laws. So please hear them out instead of attacking them. I would also like to take this opportunity to shed light on another epidemic that plagues our Punjab, and that is the suicide epidemic that's there. Every day, countless lives are being lost silently. Families are being destroyed by suicide. This is a public health crisis in India that is being swept under the rug by the federal government. So please, I beg you, shed light on this issue. Post on social media. We're gathered here to bring awareness, and I would like the youth, please share. Tell your friends, tell people around the world, this is what's happening back home in our country. That way the whole world knows what's going on. Thank you. No farmers! No food! Inqilab farmers! No food! Inqilab! Justice for farmers! Thank you everybody for coming here today. Sat Shri Akal Sarianu. I'm a physician in town, and I actually grew up in Punjab and then moved to Plymouth when I was 14 years old. So I come from a family of farmers. I come from a family of my father, my grandfather working very hard to feed ourselves, to provide education for us. Our farmers have worked very hard to put food on the table of many all across India. This is not just a Punjabi issue, this is a farmer issue all across the country. So I encourage all of us young folks to use our social media, all of our connections, to bring awareness to the issue that the Indian legislature has created for us. The farmers have worked very hard at, making a place for themselves, not only in Punjab government, and having a bill that has passed and had no input from our folks has been mind-blowing. So I encourage you all to speak up. If you have any message that you can relay here today, please feel free to do so. To the Indian government, you need to do better for your people. You consider yourself a democratic country, yet you have no input from the people who voted for you.
Go back to the negotiating table. I encourage all farmers all across the country to put your issues on the table and renegotiate. Remember, no farmers, no food. मेरा नाम बलजीत बैंस है and I live in Kenton for the past 25 years. I work in automotive and as an engineer for a company called Bosch. I was thinking about why we are here. We are here in the US. I don't think any of us going back to India to do farming especially, but we are still here. We are here because we are connected with farming. Most of us, we came from a farmer community. My dad, my grandfather, they were farmers. And they worked very hard to give us an opportunity to go to college, come here, and we still have the connection because we know their plight, how hard they worked. And we want to show our solidarity that we are with them, and hopefully this movement will continue and bring a revolution so the Indian government can hear and find a solution for their problem, and especially the 3 bills that they passed during the middle of the pandemic. Last night I really cried. Believe me, I cried alone for half an hour when I saw an interview of a farmer, a dad, whose 22 years old son died at the border. Very good, handsome, good-looking guy, 22 years old, because he was protecting the Indian border, whereas his dad, he's protecting his land from his own government. What a sad story. So hopefully, we pray to God that Paramatma kare ina lokan di sariyan di duawaਂ de naal Indian government ਜਿਹੜੀ ਹੈ, I think that will come to the table and hopefully we'll find a solution. So thank you Harpreet and everybody for organizing it on a very short notice, and thank you for everybody for coming and showing the solidarity. Thank you. Up next, I would like to invite Jay Sandhu. He is son of our senior most Genco alumni who passed recently. I would like Jay to express his solidarity. Jay, please. Hello everyone, Sat Sri Akal. This is a really great thing to see our community out here together. And I'm very appreciative of the organizers who put this together, and I'm very proud that so many of them are younger members of our community. It shows their dedication to a just cause. You know, I'll be brief in my remarks. My dad was born a farmer. Both my grandfathers were farmers. It is what we do. It is what our culture from Punjab produces. Farmers and soldiers. And now, just like in the Indian independence movement, we've been pushed to the forefront of correcting a wrong. This is, however, not just a Punjabi issue. 61% of the people in India are involved in agriculture. Most of them own less than 1 acre of land. These laws are unjust. They were passed in an undemocratic way, and if we are going to have a democracy, they have to be repealed. Now, what can we do sitting here? I have reached out to our representatives, Haley Stevens, who represents many of us here in this district. She has been in touch with the Foreign Ministry of India and the ambassador, and has reached out to the State Department to put pressure on the Indian government that this is not acceptable. And she's also reached out to the head of the Sikh caucus in Congress, and they will also be making a statement. We're waiting on Senator Peters, but I'm sure he's going to do very similar things. Now, what can we do? Reach out, one, to our representatives. Whoever your congressman or congresswoman is, reach out to them and explain to them why this is important. Second, reach out to the Indian government. Reach out to the consulate. Reach out to the ambassadors, the Indian ambassador to America. Send an email, leave a phone message. That way our voices will be heard. Thank you very much. Sat Sri Akal.
वाहिगुरु जी का खालसा वाहिगुरु जी की फतेह। मेरा नाम है मनसिमरन कौर ते अज मैनू बहुत माण है साडी मिशिगन संगत दा। असी सारे इकट्ठे होए हैं from Rochester Hills, Sterling Heights, Canton, Plymouth, Brownstown। ਤੇ ਇੱਥੋਂ ਪਤਾ ਲੱਗਦਾ ਹੈ just how much ਸਾਡੇ ਵੀਰ ਭੈਣਾਂ ਤੇ ਬਜ਼ੁਰਗ ਨੇ ਟਰੈਵਲ ਕੀਤਾ ਸੀ ਦਿੱਲੀ ਪਹੁੰਚਣ ਲਈ। ਜੇ ਸਾਡੇ ਕਿਸਾਨ 2 ਦਿਨ ਲਈ ਤੁਰ ਸਕਦੇ ਆ ਉਹ ਆਪਣੇ ਅਧਿਕਾਰ ਵਾਸਤੇ ਤੇ ਅਸੀਂ ਵੀ ਉਹਨਾਂ ਨਾਲ ਇੱਥੇ ਖੜੇ ਹੋ ਸਕਦੇ ਹਾਂ। ਅੱਜ ਮੈਂ ਸੇਵਾ ਫॉर एवरीबॉडी ਵੱਲੋਂ एक मौका पेश करना चाहती हाँ किसानां नाल खड़न वास्ते। बहुत सारे देशों ने ऑलरेडी आवाज़ खड़ी कर ली है इंडियन गवर्नमेंट के खिलाफ। कैनेडा तो ट्रूडो, यूके ते आस्ट्रेलिया भी खड़े हो गए ने। बस अमेरिका हजे रहिंदा है अपनी आवाज़ उठान दी। असी मिल के साडी अमेरिकन गवर्नमेंट तो बेनती करांगे कि साडे किसानां नूं मदद करन रेजोल्यूशन लई। शुक्र है कि असी ये काम आसानी नाल अपने फोनां ते कर सकते हैं। एक टैक्स दे नाल साडे डिस्ट्रिक्टां दे रिप्रेजेंटेटिव ते साडे 2 सेनेटरां नूं एक चिट्ठी भेज दी जाऊगी जिहदे विच साडे किसानां दी प्रोटेस्ट दा बैकग्राउंड ते इंपोर्टेंस समझाया जाऊगा। आ जाओ असी इकट्ठे होके अपने फोनां नूं निकालिए। बेनती ये है कि जिहदे को फोन हैगा वो फॉलो अलोंग करन। So please everyone, if you have a phone, please take it out at this time so we can all send a letter to our congressmen and our senators. अपने मैसेजिंग ऐप नूं खोल के ते नंबर ए पाओ 50409। सो अपने टेक्सटिंग ऐप नूं खोल के नंबर पाना है 50409 ते मैसेज बॉक्स दे विच ये लिखना है द वर्ड साइन SIGN साइन स्पेस बार PKGYOP। फिर से यह है साइन SIGN स्पेस बार PKGYOP ते नंबर है 50409। P as in Paul, KGYOP as in Paul। नंबर है 50409। ਤੇ ਜੋ ਟੈਕਸਟ ਕਰਕੇ ਸਵਾਲ ਆਨਸਰ ਕਰਕੇ ਤੁਸੀਂ ਸਾਡੇ ਕਿਸਾਨਾਂ ਦੀ ਪ੍ਰੋਟੈਸਟ ਦੇ ਵਿੱਚ ਖੜੇ ਹੋ ਰਹੇ ਆ। ਪਲੀਜ਼ ਜਰੂਰ ਟੈਕਸਟ ਕਰਿਓ ਤੇ ਫਲਾਇਰ ਲੈਣਾ ਨਾ ਭੁੱਲਿਓ। ਜੇ ਸਾਰੇ ਸਿੱਖ ਅਮਰੀਕਾ ਵਿੱਚ ਆਪਣੀ ਆਵਾਜ਼ ਖੜੀ ਕਰਾਂਗੇ ਇਸ ਗਵਰਨਮੈਂਟ ਨੂੰ ਮਹਿਸੂਸ ਹੋਏਗਾ ਕਿ ਇਹ ਕਿੰਨੀ ਵੱਡੀ ਸਮਾਂ ਹੈ ਸਾਡੇ ਕੌਮ ਵਾਸਤੇ। ਅਸੀਂ ਦਿੱਲੀ ਵਿੱਚ ਨਹੀਂ ਹੋ ਸਕਦੇ ਬਟ ਸਾਡੀ ਆਵਾਜ਼ ਪਹੁੰਚ ਸਕਦੀ ਆ। ਤੁਸੀਂ ਪਲੀਜ਼ ਸੇਵਾ ਫॉर एवरीबॉडी ਨੂੰ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਲਾਈਕ ਤੇ ਫॉलो ਮਾਰਨਾ ਤੇ ਸਾਰੀ ਭੁੱਲ ਚੁੱਕ ਮਾਫ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। My name is Abhinav Deol. I work as a physician here and I've been in Michigan for about 15 years. And I'm very happy to see so many of you came out today to help support our farmers. I belong to a farming family. My father was in the Air Force, my grandfather was in the Army, and we belong to a farming community. And I would not have been here where I am without the support of the farming community. And I think the way the Indian government has passed these laws and made them so that there is no democratic process in the country is a shame. And when the farmers came out to Delhi, the way they were treated on the roads was extremely unacceptable to everybody in the developed world and the developing countries. So I call upon the Indian government to make sure that they're taking care of the farmers, because without the farmers, India is not a country that can support itself. These are the people who made India independent in terms of their food requirements.
and it's time for the politicians to recognize them and make sure that the farmers are taken care of. Thank you. No farmers! No food! Everybody here, nice to see a good crowd. We are actually making a history here by these volunteers. This is probably one of the first event. होना पहला इवेंट होना है जड़ा किसी एक ऑर्गेनाइजेशन ने मैनेज नहीं किया या इत्थे इकट्ठा करन नूं कोई ऑर्गेनाइजेशन सामने नहीं आई ते सारे वॉलंटियर ने एक ग्रास रूट शुरू किया है प्रोटेस्ट ते आपां सारे जिथे इकट्ठे होए हैं टू शो सॉलिडैरिटी विद द इंडियन फार्मर्स अपने नाल सिर्फ आपां पंजाबी इकट्ठे नहीं होए अज इत्थे साढ़े नाल ILA दे नुमाइंदे इत्थे आए हैं इंडिया लीग ऑफ अमेरिका जिहड़ी कि सब तो वड्डी ऑर्गेनाइजेशन है रिप्रेजेंट करती है इंडियंस नूं मिशिगन दे विच उहदे वाइस प्रेजिडेंट ते उहदे ट्रेजरर मैं उन्होंने स्टेज पे बुलाऊंगा तो जरूर दो शब्द भी बोलेंगे जॉर्ज वनिलम एंड जोगेश्वर राव जॉर्ज A very warm greetings to you all on this somewhat cold day. I am George Vannilam. I am from the southern tip of India called Kerala state. But I am a farmer. My parents and my forefathers, they are all farmers. And why I am here today, I was wondering why I should be here before I started, even though I have been thinking about this. And I am very fully convinced that I should be joining this protest march and this venture from our side, to protest against this unjustifiable act that has been there in India, passed now in India, but it has to be repealed. And I am joining hands with you all in strengthening this effort to get this law repealed. I cannot think of a situation ever happening in India that the entire farmers are being ignored by a government claiming to be a democratic one. And that is the thing that has been hurting me most. Farmers are the backbone of every country, especially India. And there is actually a notion here, or maybe a deliberate attempt by people, some certain interested people, to promote this as an event or an action initiated by only Punjab and maybe Haryana. That is not the case. Everyone who looks at the news from India, and nowadays, all the local channels are available, and they are all showing all the protests and all the agitation that has been going on in support of the farmers. I feel proud that I have been associated with the Punjab community for a long time, especially here in Michigan also. Harpreet Singh Sachdeva, Harpreet Singh Ahluwalia, and also Karan Gill, and quite a few more people, a lot more people are there from the Punjab community supporting every effort from our Indian community here in Michigan for everything that is beneficial to the Indian community, not simply to the Punjab community. And when there is an effort that has been initiated from Punjab, and that is a true cause, that has to be supported by everyone, I thought. We had a discussion in our ILA group also. Everyone, even though the group is very much without any politics, no political affiliation to anything. It's a non-profit organization also. But everybody was supportive of the movement by the farmers in support of a good cause. So I also greet you all. I really would be feeling proud actually to be here today to see you all, and thank you, Harpreet, and to give me a chance to greet you all. We wish that this would be over very, very soon. No government would be able to ignore such a mass movement, and this is going to be a success. I am very positive about that.
I greet you all one more time again. Thank you all very much. Jai Jawan! Jai Jawan! No farmers! No farmers! You know, I've been watching all the events happening in Punjab and Delhi, and I think every one of us is hurting inside by ourselves. And I'm glad the volunteers were able to put a protest together, so we could all come together and share our pains that we are going through. So I'm really don't want to add too much to what everybody said it before. But the only thing I'd say is, you know, India government अपने farmer धक्का कर रही है. It will not happen. You know, Punjab farmers are, all the farmers in India are backbone of the country, back to India. And their only solution is they had to repeal those 3 laws that they passed. There's no, but that has to happen. And I'm here to support, and any way we can support, my family and I will support the Punjab farmers. And thank you for everybody coming. I know it's a cold day, but you know, our farmers in Delhi, they are in cold day just like we are today. So stick it out, and for them, show all the support that you can do to share your message with the politicians, with your friends, and educate our American friends what's going on in Punjab. So, Jai Jawan, Jai Kisan. Good afternoon all. We are here representing anti-Indian Tamil community. We talk about democracy here. We talk about keeping the community safe here. We talk about everyone have a role in the democracy. But I'm worried if you will be able to talk the same back home in future. India being a democratic nation, Tiwala was able to become a Prime Minister of India is history. I'm worried, will India have another Tiwala son, another farmer son become a President of India? Is the future India? I'm worried. Hence I'm here. And it's a very happy moment for me to see so much crowd, so much people gathering in support of farmers. From Tamil Nadu, I remember 3 years before we had hundreds of farmers gathered in Delhi and were protesting for similar farmer loans bill, and for 3-4 months they were being trashed end of the day. But I'm very happy to see lakhs and lakhs of farmers now in Delhi making a difference, and Indian community across the world is standing by them. Is a very happy moment for us as a Tamil community, and thank you all for the opportunity. साथियों, गल इदा कानून आप सारे ने पढ़े आ, सानू समझ भी आ, पर हैरानी इस गल दी आ कि साडे सियासी लीडर जिहड़े इन्हां नाल ही मिल गए ते साडे खिलाफ कानून पास करते। असीं कदों तक सवांगे ये बेइंसाफी? साडा सिख धर्म इनजस्टिस के खिलाफ हमेशा खड़िया। ਜਦੋਂ भी कोई इंडिया ਦੇ ਵਿੱਚ ਰੈਜ਼ੋਲੂਸ਼ਨ ਹੋਈ ਹੈ ਤਾਂ ਉਹ ਸਿਰਫ ਪੰਜਾਬ ਤੋਂ ਸ਼ੁਰੂ ਹੋਈ ਹੈ, ਹੋਰ ਕਿਤੋਂ ਸ਼ੁਰੂ ਨਹੀਂ ਹੋਈ। ਅੱਜ ਇਹਨਾਂ ਦੀ ਇੰਨੀ ਹਿੰਮਤ ਕਿਵੇਂ ਹੋ ਗਈ ਸਾਡੀਆਂ ਜ਼ਮੀਨਾਂ ਦੇ ਵਿੱਚ ਪੈਰ ਰੱਖਣ ਦੀ? ਅਸੀਂ ਆਪਣੀ ਜ਼ਮੀਨ ਦੀ ਵਕਤ ਦੇ ਵਿੱਚ ਕਿਸੇ ਨੂੰ ਪੈਰ ਨਹੀਂ ਰੱਖਣ ਦਿੰਦੇ, ਔਰ ਇਹਨਾਂ ਨੇ 4 ਬੰਦਿਆਂ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਆਪਣਾ ਕਾਨੂੰਨ ਪਾਸ ਕਰਕੇ ਸਾਡੇ ਖਿਲਾਫ ਸਾਡੀਆਂ ਜ਼ਮੀਨਾਂ ਨੂੰ ਖੋਹਣ ਦੀ ਇੱਕ ਸਾਜ਼ਿਸ਼ ਬਣਾ ਲਈ। मत समझियो कि अज का यह अंदोलन जो असी पार्टिसिपेट कर रहे हैं ये सिर्फ एक गैदरिंग है। असी इत्थे चाह पीन नहीं आए,
ਅਸੀਂ ਇੱਥੇ ਆਏ ਆ ਸਾਡੇ ਬਜ਼ੁਰਗ ਜਿਹੜੇ ਦਿੱਲੀ ਦੇ ਵਿੱਚ ਅੱਜ ਠੰਡ ਦੇ ਵਿੱਚ ਪਲੇਟਫਾਰਮ ਦੇ ਉੱਤੇ ਪਏ ਹੋਏ ਆ। ਕਦੇ ਸੋਚਿਆ ਅਸੀਂ 1 ਮਿੰਟ ਲਈ ਬਾਹਰ ਨਹੀਂ ਖੜ ਸਕਦੇ ਔਰ ਇੱਥੇ ਅਸੀਂ ਉਹਨਾਂ ਦੀ ਸੋਲਿਡੈਰਿਟੀ ਦੇ ਵਿੱਚ ਅਸੀਂ ਉਹਨਾਂ ਨਾਲ ਖੜੇ ਆ। ਹੁਣ ਕੀ ਹਾਲ ਆ ਉਹਨਾਂ ਦਾ? 2 ਮਹੀਨੇ ਰੇਲ ਦੇ ਟਰੈਕ ਤੇ ਪਏ ਰਹੇ, ਕਿਸੇ ਮਾਂ ਦੇ ਲਾਲ ਨੇ ਦਿੱਲੀੋਂ ਆ ਕੇ ਪੁੱਛਿਆ ਨਹੀਂ ਕਿ ਤੁਹਾਡੀਆਂ ਮੰਗਾਂ ਕੀ ਆ। ਅੱਜ ਅਸੀਂ ਉੱਥੇ ਦਿੱਲੀ ਦੀ ਹਿੱਕ ਤੇ ਚੜ ਗਏ, ਆਪਣਾ ਝੰਡਾ ਗੱਡਿਆ, ਦਿੱਲੀ ਘੇਰ ਲਈ, ਚਾਰਜ ਫੇਰਿਓ। ਫਿਰ ਸਾਨੂੰ ਦਿਨ ਦੇ ਵਿੱਚ 4 ਵਾਰੀ ਪੁੱਛਦੇ ਆ ਕੇ ਤੁਹਾਡੀਆਂ ਮੰਗਾਂ ਕੀ ਆ। ਇਸ ਤੋਂ ਵੱਡੀ ਬੇਇੱਜ਼ਤੀ ਹੋਰ ਕੀ ਹੋ ਸਕਦੀ ਹੈ? ਗੁੱਸਾ ਆਉਂਦਾ ਸਾਨੂੰ ਇਹਨਾਂ ਦੀ ਇਸ ਜੋ ਸਾਡੀ ਇਹ ਬੇਇੱਜ਼ਤੀ ਕਰ ਰਹੇ ਆ। ਫਿਰ ਸਾਨੂੰ ਇਹ ਕਹਿੰਦੇ ਤੁਸੀਂ ਸਾਨੂੰ ਸਮਝਾਓ। ਕੀ ਕਿਸਾਨ ਅਨਪੜ੍ਹ ਆ? ਅੱਜ ਦਾ ਕਿਸਾਨ ਪੜ੍ਹਿਆ ਲਿਖਿਆ, ਉਹਨਾਂ ਦੇ ਬੇਟੇ ਬੱਚੇ ਬੱਚੀਆਂ ਸਾਰੇ ਬਾਹਰਲੇ ਮੁਲਕਾਂ ਦੇ ਵਿੱਚ ਪੜ੍ਹਦੇ ਨੌਕਰੀਆਂ ਕਰਦੇ ਆ। ਉਹ ਗਧੇ ਨਹੀਂ। ਅਸੀਂ ਵੋਟਾਂ ਦੇ ਕੇ ਉਹਨਾਂ ਨੂੰ ਬਿਠਾਇਆ ਕੁਰਸੀਆਂ ਦੇ ਉੱਪਰ ਔਰ ਉਹ ਸਾਡਾ ਗਲੇ ਬਾਣ ਫੜਨ ਲੱਗੇ। ਸਾਡੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਅੱਜ ਹਿੰਦੁਸਤਾਨ ਦੇ ਵਿੱਚ 70% 90% ਤੋਂ ਉੱਤੇ ਅਸੀਂ ਕੁਰਬਾਨੀਆਂ ਦਿੱਤੀਆਂ। ਮੈਂ ਅੱਜ ਪੂਰੀ ਸਿੱਖ ਕਮਿਊਨਿਟੀ, ਪੂਰੀ ਹਿੰਦੁਸਤਾਨ ਦੀ ਕਮਿਊਨਿਟੀ ਦੇ ਵੱਲੋਂ ਇਹ ਪੂਰਾ ਕਲੀਅਰਲੀ ਮੈਸੇਜ ਦੇਣਾ ਚਾਹੁੰਦਾ ਕਿ ਨਾ ਅਸੀਂ ਝੁਕੇ ਹਾਂ ਇਨਜਸਟਿਸ ਦੇ ਖਿਲਾਫ, ਨਾ ਕਦੇ ਅਸੀਂ ਝੁਕਾਂਗੇ। ਸਾਡੀਆਂ ਧੌਣਾਂ ਵੀ ਹਾਜ਼ਰ ਹੈ। ਅਸੀਂ ਆਪਣੇ ਗੁਰੂਆਂ ਦੇ ਪਾਏ ਹੋਏ ਉਹਨਾਂ ਪੂਰੀਆਂ ਤੇ ਚੱਲਦੇ ਹੋਏ ਕਦੇ ਵੀ ਨਹੀਂ ਇਹ ਬਿੱਲ ਪਾਸ ਹੋਣ ਦੇਾਂਗੇ, ਨੋ ਮੈਟਰ ਵਾਟ। ਤੁਸੀਂ ਕਿਸਾਨਾਂ ਨੂੰ ਕਾਰਪੋਰੇਟ ਦੇ ਅੱਗੇ ਸੁੱਟ ਦਿੱਤਾ। ਉਹ ਮੈਨੂੰ ਹੈਰਾਨਗੀ ਆਉਂਦੀ ਆ ਉਹਨਾਂ ਚੰਦ ਕਾਰਪੋਰੇਟ ਦੇ, ਉਹਨਾਂ ਦੇ ਅੰਬਾਨੀਆਂ ਤੇ ਅਡਾਨੀਆਂ ਤੇ ਕੀ ਗੱਲ ਉਹਨਾਂ ਨੇ ਸਾਡੀ ਹਿਸਟਰੀ ਨਹੀਂ ਪੜ੍ਹੀ। ਕਿਸਾਨਾਂ ਨੇ ਮੰਗਿਆ ਸੀ ਇਹ ਬਿੱਲ, ਕਿਸਾਨਾਂ ਨੇ ਕਿਹਾ ਸੀ ਤੁਸੀਂ ਇਹ ਬਿੱਲ ਸਾਡੇ ਅੱਗੇ ਪੇਸ਼ ਕਰੋ। ਤੁਸੀਂ ਕਿਉਂ ਖਾਮਖਾ ਸਾਡਾ ਭਲਾ ਕਰਨ ਤੇ ਤੁਰੇ? ਸਾਨੂੰ ਨਹੀਂ ਚਾਹੀਦਾ ਤੁਹਾਡਾ ਭਲਾ। ਅੱਜ ਮੈਂ ਇੱਥੇ ਖੜਾ, ਮੈਂ ਠੰਡ ਦੇ ਵਿੱਚ ਖੜਾ, ਤੁਸੀਂ ਮੈਨੂੰ ਏਸੀ ਵੇਚਣ ਦੇ ਹੋ, ਕਹਿੰਦੇ ਹੋ ਕਿ ਇਹ ਠੰਡੀ ਹਵਾ ਬੜੀ ਦਊਗਾ। ਨਹੀਂ ਚਾਹੀਦਾ ਸਾਨੂੰ ਸਾਡਾ ਇਹ ਜੋ ਵੀ ਹੈ। ਤੁਸੀਂ ਆਦਾ ਵਾਪਸ ਚੁੱਕੋ ਸਮਾਨ ਇਸ ਤੋਂ। ਸੋ ਅੱਜ ਦੀ ਮੀਟਿੰਗ ਦੇ ਵਿੱਚ ਉਹ ਮੰਨ ਗਏ ਆ ਕਿ ਅਸੀਂ ਅਮੈਂਡਮੈਂਟ ਕਰਾਂਗੇ। ਸਾਡੀ ਅਮੈਂਡਮੈਂਟ ਕਰਾਉਣਾ ਸਾਡੀ ਰਿਕੁਆਇਰਮੈਂਟ ਰਹੀ ਨਹੀਂ ਹੁਣ, ਕਿਉਂਕਿ ਇਹ ਹਿੰਦੁਸਤਾਨ ਦਾ ਇਹ ਸਭ ਤੋਂ ਵੱਡਾ। ਮੈਂ ਇੱਕ ਗੱਲ ਤੁਹਾਡੇ ਤੋਂ ਪੁੱਛਦਾ, ਤੁਸੀਂ ਇੱਥੇ ਜੰਮੇ ਪਲੇ ਜਦੋਂ ਦੇ ਤੁਹਾਡੀ ਹਿਸਟਰੀ ਦੇ ਵਿੱਚ ਤੁਸੀਂ ਦੇਖਿਆ ਕਦੇ ਐਸਾ ਅੰਦੋਲਨ? ਨਹੀਂ ਦੇਖਿਆ। ਤਾਂ ਇਹ ਮਤ ਭੁੱਲਿਓ ਕਿ ਅੱਜ ਅਸੀਂ ਇੱਥੇ ਆ ਕੇ ਚਲੇ ਗਏ ਆ। ਸਾਡਾ ਸੰਘਰਸ਼ ਅੱਜ ਤੋਂ ਬਾਅਦ ਇੱਥੇ ਸ਼ੁਰੂ ਹੋ ਰਿਹਾ। ਹੁਣ ਟੇਕੇ ਨਾ ਬੈਠਿਓ ਆਪਣੇ ਘਰਾਂ ਦੇ ਵਿੱਚ, ਆਪਣੇ ਸਾਥੀਆਂ ਨੂੰ ਸਾਰਿਆਂ ਨੂੰ ਐਜੂਕੇਟ ਕਰੋ। ਮੈਂ ਜਿੰਨੇ ਮੇਰੇ ਗੁਜਰਾਤੀ ਮੋਦੀ ਭਗਤ ਸੀ ਸਾਰਿਆਂ ਨੂੰ ਟੈਲੀਫੋਨ ਕਰਕੇ ਮੈਂ ਸਾਰਿਆਂ ਨੂੰ ਇਹ ਦੱਸਿਆ ਇਹ ਬਿੱਲ ਕਿਉਂ ਮਾੜੇ ਆ, ਔਰ ਸਾਰੇ ਮੇਰੇ ਨਾਲ ਮੰਨੇ ਆ ਇਹ ਬਿੱਲ ਮਾੜੇ ਆ। ਅਸੀਂ ਚੂੜੀਆਂ ਪਾ ਕੇ ਨਹੀਂ ਬੈਠੇ ਹੋਏ, ਅਸੀਂ ਬੈਠੇ ਹੋਏ ਆ ਆਪਣੇ ਬਜ਼ੁਰਗਾਂ ਦੇ, ਜਿਵੇਂ ਉਹ ਕਹਿਣਗੇ ਅਸੀਂ ਉਵੇਂ ਕਰਾਂਗੇ। ਜਿੰਨੀ ਸਾਨੂੰ ਸਾਡੀ ਆਵਾਜ਼ ਬੁਲੰਦ ਕਰਨੀ ਪਈ ਅਸੀਂ ਆਵਾਜ਼ ਆਪਣੀ ਬੁਲੰਦ ਕਰਾਂਗੇ। ਮੈਂ ਅੱਜ ਪੁੱਛਦਾ ਮੋਦੀ ਤੇ ਅੰਬਾਨੀ ਨੂੰ, ਜਦੋਂ 47 ਦੀ ਵੰਡ ਹੋਈ ਸੀ ਇਹਨਾਂ ਦਾ ਕਿਹੜਾ ਪਿਓ ਦਾ ਪੁੱਤ ਜਿਹੜਾ ਉੱਥੇ ਮਰਿਆ ਸੀ ਜਾ ਕੇ? ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ, ਮਿਲੀਅਨ ਤੋਂ ਲੋਕ ਉੱਤੇ ਮਰ ਗਏ। ਅਸੀਂ ਇੱਧਰ ਆਏ, ਉੱਧਰ ਦੇ ਲੋਕ ਉੱਧਰ ਗਏ, ਜ਼ਮੀਨਾਂ ਵੰਡੀਆਂ। ਅੱਜ ਜਿਹੜੀ ਜ਼ਮੀਨ ਦਾ ਮੈਂ ਮਾਲਿਕ ਹਾਂ ਉਸ ਜ਼ਮੀਨ 'ਚ ਟਿੱਬੇ ਹੁੰਦੇ ਸੀ, ਅੱਜ ਉੱਥੇ ਝੋਨਾ ਲੱਗਦਾ। ਅੱਜ ਇਹ ਬੜੀਆਂ ਬਣਾਤੀਆਂ ਮਿਹਨਤਾਂ ਦੇ ਉੱਪਰ ਬੈਠ ਗਏ ਕਿ ਅੱਜ ਅਸੀਂ ਇੱਥੇ ਆ ਕੇ ਅਸੀਂ ਰਾਜ ਕਰਾਂਗੇ। ਮੈਨੂੰ ਇੱਕ ਦੱਸ ਦੇ ਕਿਹੜਾ ਪਿਓ ਦਾ ਪੁੱਤ ਗੁਜਰਾਤੀ ਹੈ ਜਿਹਨੇ ਕੁਰਬਾਨੀ ਦਿੱਤੀ ਹੋਵੇ? ਕੁਰਬਾਨੀਆਂ ਦੇਣ ਨੂੰ ਅਸੀਂ, ਸਾਡੇ ਭਰਾ ਬਾਰਡਰਾਂ ਤੇ ਮਰਨ, ਚੀਨ ਦੇ ਉੱਤੇ ਸਾਡਾ ਫੌਜੀ ਭਰਾ ਮਰਦਾ ਤਾਂ ਉਹਦੇ ਪੋਸਟਰ ਲੈ ਕੇ ਆ ਜਾਂਦੇ ਬੱਲੇ ਵੀ ਬੱਲੇ, ਤੇ ਉਹਦੇ ਪਿਓ ਦੀ ਜ਼ਮੀਨ ਖੋ ਰਹੇ ਹੋ ਤੁਸੀਂ। ਇਹ ਨਹੀਂ ਚੱਲੂਗਾ, ਇਹ ਨਹੀਂ ਹੋ ਸਕਦਾ। ਜਿੰਨੀ ਦੇਰ ਤੱਕ ਅਸੀਂ ਜਿਉਂਦੇ ਹਾਂ ਸਾਡੇ ਜਿਉਂਦਿਆਂ ਜੀ ਇਹ ਹੋਣ ਨਹੀਂ ਦੇਣਾ। ਵਾਹਿਗੁਰੂ ਸਾਨੂੰ ਤਾਕਤ ਬਖਸ਼ੇ, ਅਸੀਂ ਇਹਨਾਂ ਦੇ ਮੂੰਹ ਮੋੜ ਦੇਾਂਗੇ।
No farmer! No food! इनकलाब जिंदाबाद! गली गली में शोर है! मोदी साला चोर है! गली गली में शोर है! मोदी साला चोर है! हलाई सोन Again, everyone, my name is Rajiv Singh Puri. I am the state representative, Canton, Van Buren Township, and Belleville. I am beyond inspired and just so happy to see so many people out here speaking against human rights violations. And thank you everyone for wearing a mask, thank you for social distancing, and just thank you for standing up for what is right. But as an elected official, it is my utmost duty to stand up for the values of our democracy. And the pillar of a democracy is the ability to peacefully protest. And in our democracy, in any democracy, we have to stand up for those values. And I care about this issue not only because of the deep personal connections, but for me. But we all care about this issue because, as MLK famously quoted, an injustice anywhere is a threat to justice everywhere. And so even if we are standing up for Black Lives Matter and social justice movements, if we are speaking out to the egregious things happening at our border, or if we are speaking out for the right of our brothers and sisters, including our farmers, to peacefully protest, human rights violations are unacceptable, and any threat to that is deeply, deeply troubling. And so I am joined here today by all of you, but I also brought my kids. And on the way here, they asked me, what are we doing and where are we going? And it took me a minute to think about it. And I looked them in the eye, and I told them that we are going to help. That there are farmers out there that need our help. And that what we do is we fight for the values that we believe in, and we go and stand with our neighbor. Because that is the pillar of our democracy, and those are the values that we instill in our children. So again, I'm so honored to stand with you today. Thank you for coming, and keep fighting. Thank you. Bye-bye. Hello to everybody, and I want to thank everybody, our brothers and sisters, our friends, those who are just curious and wanted to see what's going on, for standing here. Before I begin, I especially want to thank our boys and girls in blue who are supporting us for this peaceful protest. Without them, we could not have these things, so please always give a round of applause to all our boys and girls in blue. Who are farmers? Farmers are the backbone of many societies around the world in history. And this fact is the synergy that actually ties the United States and India together. The farmers are those who rised up in revolutions when needed. They left their families' homes to fight for justice when needed and gave their lives. It is from these farmers that we have these great nations. I remember two farmers in particular. One that we can all relate to in the 1400s, who said, everybody is one, under one God, everybody's equal. Regardless if they're a woman, regardless of color, regardless of caste or religion, we are all equal. And this is at a time of inequality. And that farmer was Guru Nanak Dev Ji. I remember another farmer, much later in history, who took those same qualities and stood up here in America. He was a passionate farmer, and he had to lay down his farming equipment to go fight. And that was General George Washington, who became our first president of the United States. General George Washington wrote to his farmhand every single day to check on his farm and manage the farm. And people said he was a two-term president to set a precedent that we should not overreach our power. I'll tell you, he was a two-term president because he wanted to go back to the farm. And that's what he did. He was the first president of the United States and embodied the same spirit of Guru Nanak Dev Ji. The spirit for what we're doing here of gathering together, the voice of the people should be heard, and our right to gather and peacefully protest and make changes in society that are better for us. Governments are here to serve us. They are our servants. So let the Modi Sarkar, Mota Bhai, no, Kidan Pangalya, who are you fighting against? And a message to your handlers also, the RSS, and a message to those handlers of the RSS, Ambani, and all of those tycoons who want to take the blood
of the citizens for their profits. It was our grandfathers who freed India. It was our great-great-grandfathers who protected your women and freed us from the clutches of foreign invaders. It was our 6th and 9th gurus who stood up and became Hind Chadar and allowed Hindu India to be free. So don't forget that. Whose hands are you biting on? Are you kidding me? What we have, ਸਾਡੇ ਕੋਲ ਬੁੱਧੀ ਹੈਗਾ, ਸਾਡੇ ਕੋਲ ਪੈਸੇ ਹਨ, ਔਰ ਸਾਡੇ ਕੋਲ ਹਿੰਮਤ. We have intelligence, we have money, and we have courage. Here, everywhere in the world, jitte hega allu, utte bhi hega sardar. We are all over the world, and we will be watching India and supporting all the farmers of India, Sikh, Hindu, Gujarati, everybody, against these tyrannical movements. So let us stand together, let us not forget them. We have over 750 people today. I moved here from Florida, so I'm really cold. I'm going to go get some chai and end this today, and let's get on with the day. Thank you very much. We are here today. Why? Let's think about it. We are here to support our farmers who are protesting against the black law ਜਿਹੜੇ ਬਣਾਏ ਗਏ ਨੇ against our farmers, which are literally our farmers' death warrants. So, ਜਿਨ੍ਹਾਂ ਨੂੰ ਨਹੀਂ ਪਤਾ, ਮੇਰਾ ਖਿਆਲ ਸਾਰਿਆਂ ਨੇ ਪੜ੍ਹਿਆ ਆ, ਜਿਨ੍ਹਾਂ ਨੂੰ ਨਹੀਂ ਪਤਾ ਉਹ ਜਾ ਕੇ ਇੱਕ ਵਾਰੀ ਫਿਰ ਪੜ੍ਹ ਲੈਣਗੇ, ਉਹ ਇੰਟਰਨੈਟ ਤੇ ਸਾਰਾ ਕੁਝ ਹੈਗਾ ਕਿ ਅਸੀਂ ਕਿਉਂ ਤੜਫੇ ਹੋਏ ਆ, ਅਸੀਂ ਕਿਉਂ ਮੱਚੇ ਹੋਏ ਆ। ਅਸੀਂ ਤਾਂ ਬੜੇ ਸ਼ਾਂਤ ਰਹਿਣ ਵਾਲੇ ਆ। ਸਾਡੇ ਤੇ ਗੁਰੂ ਸਾਹਿਬਾਨ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਗਿਆ ਸੀ, ਅਸੀਂ ਫਿਰ ਵੀ ਬੜੇ ਸ਼ਾਂਤ ਰਹੇ, ਪਰ ਅੱਜ ਅਸੀਂ ਮੱਚੇ ਹੋਏ ਆ। ਤੇ ਕਿਉਂ? ਕਿਉਂਕਿ ਸਾਡੀ ਥਾਲੀ ਦੇ ਵਿੱਚੋਂ ਰੋਟੀ ਖੋਈ ਜਾ ਰਹੀ ਆ। ਇਹਨਾਂ ਨੂੰ ਤੇ ਚਾਹੀਦਾ ਸੀ ਜੇ ਕਿਤੇ ਕਿਸਾਨ ਦਾ ਪੁੱਤ ਸ਼ਹਿਰ ਦੇ ਵਿੱਚ ਚਲਾ ਜਾਵੇ ਤੇ ਵਿਚਾਰਾ ਰੋਂਦਾ ਰੋਂਦਾ ਆ ਜਾਂਦਾ ਕਿ ਮੰਮੀ ਮੈਂ ਸਮੋਸੇ ਖਾਣੇ ਆ, ਤੇ ਮਾਂ ਆਪਣੀ ਜੇਬੂਆ ਦੇਖਦੀ ਆਉਂਦੇ ਨੂੰ ਵਾਪਸ ਲੈ ਆਉਂਦੀ ਹੈ ਕਿ ਨਹੀਂ ਪੁੱਤ। ਤੇ ਇਹਨਾਂ ਦੇ ਬੱਚੇ ਇੱਕ ਸਮੋਸਾ ਖਾਂਦੇ ਤੇ ਇੱਕ ਸੁੱਟ ਦਿੰਦੇ ਆ। ਕਿਉਂ? ਇਹਨਾਂ ਨੂੰ ਤੇ ਚਾਹੀਦਾ ਸੀ ਕਿ ਸਾਡਾ ਫਾਰਮਰ ਦਾ ਬੱਚਾ ਸ਼ਹਿਰ 'ਚ ਜਾਵੇ ਤੇ ਉਹਨੂੰ ਫ੍ਰੀ ਦਿਓ, ਸਾਰਾ ਕੁਝ ਉਹਨੂੰ ਖਾਣ ਨੂੰ ਫ੍ਰੀ ਦਿਓ, ਉਹਨਾਂ ਦੇ ਕਿਰਾਏ ਮਾਫ ਕਰੋ, ਉਹਨਾਂ ਨੂੰ ਹਰ ਪਾਸੇ ਸਪੋਰਟ ਕਰੋ। ਉਹ ਵਿਚਾਰੇ ਤਾਂ ਪਹਿਲਾਂ ਹੀ ਕਰਜ਼ੇ ਥੱਲੇ ਦੱਬੇ ਪਏ ਨੇ, ਉਹਨਾਂ ਦੀ ਤਾਂ ਪਹਿਲਾਂ ਹੀ ਖਰਚੇ ਪੂਰੇ ਨਹੀਂ ਹੋ ਰਹੇ ਤੇ ਵਿਚਾਰੇ ਬੈਂਕਾਂ ਦੇ ਲੋਨ ਤੋਂ ਤੰਗ ਆ ਕੇ ਆਪਣੇ ਆਪ ਨੂੰ ਖਤਮ ਕਰ ਰਹੇ ਨੇ। ਤੇ ਅੱਜ ਇਹ ਕਹਿੰਦੇ ਕਿ ਤੁਹਾਡੇ ਅਸੀਂ ਜਿਹੜੇ ਤੁਸੀਂ ਇੰਨੀ ਮਿਹਨਤ ਕਰਕੇ ਪ੍ਰੋਡਿਊਸ ਕਰਦੇ ਹੋ, ਅਸੀਂ ਉਸ ਦਾ ਕੋਈ ਮਿਨੀਮਮ ਜਿਹੜੀ ਪ੍ਰਾਈਸ ਹੈ ਉਹ ਵੀ ਨਹੀਂ ਬਣਾਉਣੀ। ਪ੍ਰਾਈਵੇਟ ਬੈਂਕਸ ਨੂੰ ਦੇ ਦਿਓ ਸਾਰਾ ਕੁਝ ਤਾਂ ਕਿ ਸਾਡੇ ਕੋਲੋਂ 10 ਰੁਪਏ ਦੀ ਲੈ ਕੇ ਸਾਨੂੰ ਹੀ 500 ਰੁਪਏ ਦੀ ਵੇਚ ਦੇਣ ਵਾਪਸ। ਕਿਉਂ? ਕਿਉਂਕਿ ਇਹਨਾਂ ਨੂੰ ਇਸ ਗੱਲ ਦੀ ਅਕਲ ਨਹੀਂ ਹੈਗੀ ਕਿ ਜੇਕਰ ਸਾਡੇ ਫਾਰਮਰਾਂ ਨੇ ਇਹ ਸਾਰਾ ਕੁਝ ਉਗਾਉਣਾ ਬੰਦ ਕਰ ਦਿੱਤਾ ਤਾਂ ਇਹਨਾਂ ਦੇ ਬੱਚੇ ਮਹਿੰਗੀਆਂ ਕਿੱਥੋਂ ਖਾਣਗੇ, ਇਹਨਾਂ ਦੇ ਚਟਪਟੇ ਖਾਣੇ ਕਿੱਥੋਂ ਖਾਣਗੇ। ਅਸੀਂ ਉਸ ਗੁਰੂ ਦੇ ਸਿੰਘ ਹਾਂ ਜਿਨ੍ਹਾਂ ਨੇ ਕਦੀ ਜ਼ੁਲਮ ਕਰਨਾ ਵੀ ਨਹੀਂ ਤੇ ਜ਼ੁਲਮ ਸਹਿਣਾ ਵੀ ਨਹੀਂ। ਸਾਨੂੰ ਬੜੀ ਵਾਰੀ ਮਾਰਿਆ ਗਿਆ, ਸਾਨੂੰ ਬੜੀ ਵਾਰੀ ਕੁੱਟਿਆ ਗਿਆ, ਪਰ ਅਸੀਂ ਮਨੂੰ ਸਾਡੀ ਦਾਤਰੀ, ਅਸੀਂ ਮਨੂੰ ਦੇ ਸੋਏ, ਜਿਉਂ-ਜਿਉਂ ਮਨੂੰ ਵੜਦਾ ਅਸੀਂ ਦੂਣੇ ਚੌੜੇ ਹੋਏ। ਕਦੇ ਸਾਨੂੰ ਡਰੱਗਸ ਦੇ ਵਿੱਚ ਪਾ ਦਿੱਤਾ ਗਿਆ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ, ਜਿੰਨੇ ਵੀ ਲੋਕੀ ਇੱਥੇ ਆਏ ਨੇ, ਸਾਰੇ ਆਪਣਾ ਟਾਈਮ ਕੱਢ ਕੇ ਠੰਡ ਦੇ ਵਿੱਚ, ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਜੈ ਜਵਾਨ, ਜੈ ਕਿਸਾਨ। ਨੋ ਫਾਰਮਰਸ ਨੋ ਫੂਡ, ਨੋ ਫਾਰਮਰ ਨੋ ਫੂਡ। ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਬੋਲੇ ਸੋਨਿਹਾ। ਇਦਾਂ ਹੀ ਸਪੋਰਟ ਕਰਦੇ ਰਹਿਣਗੇ ਤਾਂ ਸਾਡੇ ਕਿਸਾਨ ਵੀਰੋ ਸਟਰਗਲ ਦੇ ਵੀ ਜ਼ਰੂਰ ਕਾਮਯਾਬ ਹੋਣਗੇ। ਮੈਂ ਤੁਹਾਡਾ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਟਾਈਮ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। I won't take much of your time. I just want to break down what's happening with the farmers in very simple language, especially for the kids here. Just imagine if tomorrow your government tells you that the corporations can pay you whatever, there will be no minimum wage. If they like, they can pay you $2 an hour. That is what is happening with the farmers in India back home. As simple as that. Just imagine that horrendous, that unacceptable situation. That's the bottom line. Thank you so much. Hello everyone, my name is Joe Biley. I'm a lieutenant of the Canton Police Department. I just want to say thank you for everybody coming out. It's really great to see this many people come out here for this great cause. Our goal here at the Canton Police Department is to make sure that we get through this as safely as possible for everybody. So in doing so, the parade is going to start over there. I'll have an officer turn his lights on so everybody can kind of see it. We're going to go on Heritage. We're going to turn right on the Canton Center. We're going to go Canton Center to Getty's. We're going to make a right onto Getty's. Take Getty's to Beck, make a right onto Beck. Beck to Cherry Hill, make a right onto Cherry Hill. And then come back over here to Canton Center, make a right onto Canton Center. Once you make your right onto Canton Center, you're free to go back here to Heritage to go home or whatever that you would like to do. All that we ask is that everybody stays together. Everyone stays in the same lane. So we'll lead, everybody just kind of follows and stays as safe as they can. The officers are going to block the intersections as you approach them, so everybody stays safe. So if everybody wants to help, please go ahead and return to your vehicles and get ready to go. Thank you. ਕੈਂਟਨ ਵਾਸੀਆਂ ਦਾ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ, ਸਪੈਸ਼ਲ ਨਵਦੀਪ ਦਾ, ਸਫਰ ਟੀਵੀ ਵਾਲਿਆਂ ਦਾ ਥੈਂਕ ਯੂ, ਬਹੁਤ ਵਧੀਆ ਚੱਲ ਰਿਹਾ। ਬਾਕੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਅਸੀਂ ਨਾਲ ਆ। ਥੈਂਕ ਯੂ। ਥੈਂਕ ਯੂ। ਤੁਹਾਡੇ ਗੁੱਡ ਐਫਰਟ ਆ, ਤੁਸੀਂ ਜੋ ਵੀ ਅੱਜ ਕੀਤਾ ਤੇ ਫੁੱਲ ਸਪੋਰਟ ਆ ਸਾਡੀ ਇੰਡੀਆ ਲਈ ਵੀ, ਤੁਹਾਡੇ ਲਈ ਵੀ ਬਹੁਤ ਵਧੀਆ ਤੁਸੀਂ ਜੋ ਵੀ ਕਰ ਰਹੇ ਆ। ਥੈਂਕ ਯੂ ਸਫਰ ਟੀਵੀ ਵਾਲਿਆਂ ਦਾ, ਸਾਰੀ ਟੀਮ। ਥੈਂਕ ਯੂ। ਸਾਰੇ ਕਾਨੂੰਨਾਂ ਦੇ ਖਿਲਾਫ ਹੈ। ਸਾਡੀ ਪੂਰੀ ਸਪੋਰਟ ਆ। ਸਾਡੇ ਜਿਹੜੇ ਬਜ਼ੁਰਗ, ਸਾਡੇ ਭਰਾ, ਸਾਡੇ ਜਿੰਨੇ ਵੀ ਉੱਥੇ ਹੋਰ ਵੀ ਸਟੇਟਾਂ ਦੇ ਫਾਰਮਰਸ ਆ, ਅਸੀਂ ਪੂਰੀ ਉਹਨਾਂ ਦੇ ਨਾਲ ਹੈ। ਉਹਨਾਂ ਦੀ ਬਦੌਲਤ ਹੀ ਅਸੀਂ ਰੋਟੀਆਂ ਖਾ ਕੇ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਕੰਮ ਕਰਦੇ ਹਾਂ। ਲਾਹਨਤ ਹੋਊਗੀ ਸਾਡੀ ਤੇ ਜੇ ਅਸੀਂ ਉਹਨਾਂ ਦੀ ਸਪੋਰਟ ਨਹੀਂ ਕਰਦੇ ਤਾਂ ਅਸੀਂ ਆਪਦੀ ਆਵਾਜ਼ ਬੁਲੰਦ ਕਰਾਂਗੇ ਤੇ ਉਹ ਜਿੱਤਣਗੇ। 100% ਜਿੱਤਣਗੇ, ਦੇਸ਼ ਤੇ ਫਤਿਹ ਕਰਾਂਗੇ। ਅਸੀਂ ਉਸ ਤੋਂ ਪਿੱਛੇ ਅਸੀਂ ਬਿਲਕੁਲ ਨਹੀਂ ਮੁੜਨਾ। ਦੂਸਰਾ ਭਾਜੀ ਕੈਂਟਨ ਦੀ ਕਮਿਊਨਿਟੀ ਨੂੰ ਤੇ ਆਪਣੀ ਮਿਸ਼ੀਗਨ ਕਮਿਊਨਿਟੀ ਨੂੰ ਸ਼ਾਬਾਸ਼ ਦੇ ਦਿਓ ਕਿਉਂਕਿ ਬਹੁਤ ਬੜਾ ਯੋਗਦਾਨ ਦਿੱਤਾ ਅੱਜ ਇਕੱਠੇ ਹੋ ਕੇ। ਉਹਨਾਂ ਨੇ ਕਮਾਲ ਕੀਤੀ ਆ। ਇਹ ਸਾਰਿਆਂ ਲੋਕਾਂ ਨੂੰ ਇਕੱਠਾ ਕਰਨ ਦੇ ਵਿੱਚ ਇਹ ਬਹੁਤ ਜ਼ਰੂਰੀ ਰੋਲ ਨਿਭਾਇਆ ਉਹਨਾਂ ਨੇ। ਅਸੀਂ ਤਹਿ ਦਿਲੋਂ ਉਹਨਾਂ ਦਾ ਬਹੁਤ ਸ਼ੁਕਰੀਆ ਕਰਦੇ ਹਾਂ। ਔਰ ਕੈਂਟਨ ਦੇ ਲੋਕਾਂ ਨੇ ਔਰ ਇੱਥੋਂ ਦੀ ਲੋਕਲ ਐਡਮਿਨਿਸਟ੍ਰੇਸ਼ਨ ਨੇ ਕਿ ਜਿੰਨਾ ਸਾਨੂੰ ਉਹਨਾਂ ਨੇ ਸਪੋਰਟ ਕੀਤਾ। ਸੋ ਰੀਲੀ ਅਪਰੀਸ਼ੀਏਟ दैट। ਥੈਂਕ ਯੂ ਸੋ ਮਚ ਜੀ। ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।
सत श्री अकाल जी सारिਆਂ ਨੂੰ। ਅੱਜ ਇਹ ਰੈਲੀ ਦਾ ਕਰਕੇ ਅਸੀਂ ਇਕੱਠੇ ਹੋਏ ਹਾਂ ਆਪਣੇ ਕਿਸਾਨ ਭਰਾਵਾਂ ਦੇ ਸਹਿਯੋਗ ਦੇ ਵਿੱਚ, ਜਿਹੜੇ ਦਿੱਲੀ ਦੇ ਵਿੱਚ ਇੰਨੀ ਕੜਾਕੇਦਾਰ ਠੰਡ ਦੇ ਵਿੱਚ ਉੱਥੇ ਪ੍ਰੋਟੈਸਟ ਕਰ ਰਹੇ ਨੇ। ਅਸੀਂ ਵੀ ਆਪਣਾ ਇੱਥੇ ਮਿਸ਼ੀਗਨ ਦੇ ਵਿੱਚ ਅਸੀਂ ਕੁਝ ਆਪਣਾ ਫਰਜ਼ ਸਮਝਿਆ ਕਿ ਅਸੀਂ ਵੀ ਉਹਨਾਂ ਦੇ ਨਾਲ ਮੋਢਾ ਜੋੜ ਕੇ ਤੁਰ ਸਕੀਏ। ਸੋ ਤੁਸੀਂ ਸਾਰਿਆਂ ਨੇ ਵੇਖਿਆ ਹੀ ਹੈ ਕਿ ਇੱਥੇ ਬਹੁਤ ਹੀ ਤਾਦਾਦ ਦੇ ਵਿੱਚ ਲੋਕ ਜਿਹੜੇ ਸਾਡੇ ਇੱਕ ਹੰਗਾਰੇ 'ਤੇ ਸਾਡੇ ਇਕੱਠੇ ਹੋ ਕੇ ਇਕਸਾਰ ਸਾਡੇ ਨਾਲ ਇੱਥੇ ਮਿਲਣ ਆਏ ਨੇ, ਸਾਡੇ ਨਾਲ ਪ੍ਰੋਟੈਸਟ ਕਰ ਰਹੇ ਨੇ ਤੇ ਸਾਡਾ ਬਹੁਤ ਹੀ ਸਹਿਯੋਗ ਦਿੱਤਾ ਹੈ ਆਪਣਾ ਕੈਂਟਨ ਸਿਟੀ ਦੀ ਪੁਲਿਸ ਨੇ ਤੇ ਸਾਰੇ ਅਫੀਸ਼ੀਅਲ ਨੇ, ਸਾਰੇ ਇੱਥੇ ਦੇ ਮੋਹਤਵਾਰ ਬੰਦੇ ਜੋ ਮਿਸ਼ੀਗਨ ਦੇ ਨੇ, ਸਾਰਿਆਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਹੈ। ਇੱਦਾਂ ਹੀ ਆਪਾਂ ਡਟ ਕੇ ਕਿਸਾਨ ਭਰਾਵਾਂ ਦੇ ਨਾਲ ਉਹਨਾਂ ਦਾ ਸਾਥ ਦੇਣਾ ਹੈ। ਜੈ ਜਵਾਨ ਜੈ किसान, नो फार्मर नो फूड, किसान एकता जिंदाबाद। We support farmers. We support farmers. No farmers, no food. No farmers, no food. ਆਲਮੋਸਟ ਮੈਂ ਪਹਿਲਾਂ ਸ਼ਾਇਦ 500 ਗੱਡੀ ਕਹੀ ਹੋਈ, ਸ਼ਾਇਦ 500 ਤੋਂ ਵੀ ਜ਼ਿਆਦਾ ਹੋ। ਆਲਮੋਸਟ ਅੱਧਾ ਘੰਟਾ ਹੋ ਗਿਆ ਗੱਡੀਆਂ ਜਾਂਦਿਆਂ ਨੂੰ, ਪਿੱਛੇ ਜਾਮ ਲੱਗਿਆ ਹੋਇਆ। ਅਜੇ 2 ਪਾਰਕਿੰਗਸ ਭਰੀਆਂ ਪਈਆਂ ਨੇ। ਇੱਥੋਂ ਇਹ ਜ਼ਾਹਰ ਹੁੰਦਾ ਵੀ ਜਿਹੜੇ ਇੱਥੇ ਬਾਹਰਲੇ ਮੁਲਕਾਂ 'ਚ ਬੈਠੇ ਸਾਰੇ ਪੰਜਾਬੀ ਦਾ ਤੇ ਆਪਣੀ ਕਿਸਾਨੀ ਦਾ ਕਿੰਨਾ ਦਰਦ ਪਾਲੀ ਬੈਠੇ ਨੇ। ਆਪਾਂ ਸਾਰੇ ਆਪਣੇ ਇੱਥੇ ਇਕੱਠੇ ਹੋਏ ਜੀ ਆਪਣੇ ਕੈਂਟ ਦੇ ਵਿੱਚ। ਕਿਸਾਨ ਆਪਣੇ ਭਰਾਵਾ ਆਪਾਂ ਸਾਰੇ ਹੈਗੇ ਕਿਸਾਨ, ਤੇ ਜੋ ਹੋ ਰਿਹਾ ਸਾਰਾ ਕੁਝ ਗਲਤ ਹੋ ਰਿਹਾ ਤੇ ਆਪਾਂ ਗਵਰਨਮੈਂਟ ਦੇ ਖਿਲਾਫ ਡਟ ਕੇ ਰਵਾਂਗੇ। ਆਪਣੇ ਬਜ਼ੁਰਗ ਉੱਥੇ ਬੈਠੇ ਇੰਡੀਆ 'ਚ ਆਪਣਾ ਲੱਖਾਂ ਦੇ ਹਿਸਾਬ ਨਾਲ, ਤੇ ਆਪਾਂ ਜਾ ਨਹੀਂ ਸਕਦੇ ਇਸ ਕਰਕੇ ਆਪਾਂ ਇੱਥੇ ਐਟਲੀਸਟ ਆਪਣੀ ਗਵਰਨਮੈਂਟ ਨੂੰ ਦੱਸ ਸਕਦੇ ਵੀ ਕੀ ਹੋ ਰਿਹਾ ਇੱਥੇ, ਕਿਉਂਕਿ ਆਪਣੀ ਉੱਥੇ ਜਿਹੜੀ ਆਪਣੀ ਉੱਥੇ ਇੰਡੀਆ ਦੀ ਹੈਗੀ ਮੀਡੀਆ ਉਹ ਦੱਸ ਨਹੀਂ ਰਹੀ ਅਸਲੀਅਤ। ਸੋ ਇਸ ਕਰਕੇ ਆਪਾਂ ਨੂੰ ਆਪਣੀ ਆਵਾਜ਼ ਉਠਾਉਣੀ ਪੈਣੀ, ਦੱਸਣ ਨੂੰ ਵੀ ਕੀ ਹੋ ਰਿਹਾ ਉੱਥੇ ਆਪਣੇ ਇੰਡੀਆ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿੱਦਾਂ ਕਿ ਤੁਸੀਂ ਵੇਖਿਆ ਹੈ ਕਿ ਇੱਥੇ ਬਹੁਤ ਹੀ ਜ਼ਿਆਦਾ ਸੰਗਤ ਜੋ ਇਕੱਠੀ ਹੋਈ ਹੈ ਅੱਜ ਕਿਸਾਨ ਭਰਾਵਾਂ ਦੇ ਸਹਿਯੋਗ ਦੇ ਵਿੱਚ। ਸਾਡੇ ਵੀਰ ਭਰਾ ਜਿਹੜੇ ਕਿ ਦਿੱਲੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ, ਆਪਣਾ ਇੱਕ ਬਹੁਤ ਹੀ ਵਧੀਆ ਕਾਜ਼ ਹੈ ਜੋ ਕਿ ਸਰਕਾਰ 3 ਬਿੱਲਾਂ ਨੂੰ ਲੈ ਕੇ ਆਈ ਹੈ। ਉਹ ਕਿਤੇ ਨਾ ਕਿਤੇ ਕਿਸਾਨ ਭਰਾਵਾਂ ਦੇ ਹੱਕ 'ਚ ਨਹੀਂ ਢੁਕਦੇ। ਮੈਂ ਕਿਤੇ ਨਾ ਕਿਤੇ ਦੀ ਬਜਾਏ ਇਹ ਕਹਾਂਗਾ ਕਿ ਉਹ ਬਿਲਕੁਲ ਹੀ ਕਿਸਾਨ ਵਿਰੋਧੀ ਨੇ। ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਸਾਰੀ ਦੁਨੀਆ ਦੇ ਪੰਜਾਬੀਆਂ ਨੂੰ, ਕਿਸਾਨਾਂ ਨੂੰ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਲੈ ਕੇ ਇਹ ਚੱਲਣ ਤਾਂ ਕਿ ਅਸੀਂ ਉਹਨਾਂ ਬਿੱਲਾਂ ਦਾ ਡਟ ਕੇ ਵਿਰੋਧ ਕਰ ਸਕੀਏ। ਤੇ ਇਹ ਜਿਹੜੇ ਬਿੱਲ ਨੇ ਖਾਸ ਤੌਰ ਤੇ ਕਿਸਾਨ ਲਈ ਨਹੀਂ, ਇਹ ਵਪਾਰੀਆਂ ਲਈ ਵੀ ਬਹੁਤ ਹੀ ਮਾੜੇ ਬਿੱਲ ਕਰਾਰ ਦਿੱਤੇ ਜਾਣਗੇ, ਕਿਉਂਕਿ ਅਜੇ ਇਹਨਾਂ ਦਾ ਕਿਸੇ ਨੂੰ ਪਤਾ ਨਹੀਂ ਹੈ। ਅਜੇ ਲਿਖਤੀ ਕਾਰਵਾਈ ਦੇ ਨਾਲ ਇਹ ਸੈਂਟਰ ਸਰਕਾਰ ਜੋ ਵੀ ਹੈ ਇਹ ਉਹਨਾਂ ਨੂੰ ਪਾਸ ਕਰਨ ਦੇ ਨਾਲ ਥੋੜ੍ਹਾ ਜਿਹਾ ਉਹਨਾਂ ਦਾ ਸਹਿਯੋਗ ਦੇ ਰਹੀ ਹੈ ਕਿ ਬਿੱਲ ਇੱਦਾਂ ਹੋਣੇ ਚਾਹੀਦੇ ਨੇ, ਇੱਦਾਂ ਹੋਣੇ ਚਾਹੀਦੇ ਨੇ। ਉਹ ਆਪਣਾ ਪੱਖ ਰੱਖ ਰਹੇ ਨੇ, ਪਰ ਸਾਨੂੰ ਪਤਾ ਹੈ ਕਿ ਸਾਡੇ ਕਿਸਾਨ ਭਰਾਵਾਂ ਦੇ ਨਾਲ ਇੱਕ ਕਿਹੋ ਜਿਹੀ ਰਣਨੀਤੀ ਸੈਂਟਰ ਸਰਕਾਰ ਜੋ ਕਿ ਮੋਦੀ ਸਰਕਾਰ ਹੈ ਖਾਸ ਤੌਰ ਤੇ ਉਹ ਕਰ ਰਹੀ ਹੈ। ਸੋ ਆਪਾਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਹੈ। ਤੇ ਸਾਡੇ ਨਾਲ ਅੱਜ ਇੱਥੇ ਮਿਸ਼ੀਗਨ USA ਦੇ ਵਿੱਚ ਵੇਖਿਆ ਹੈ ਕਿ 500 ਤੋਂ 1000 ਦੇ ਵਿੱਚ ਮੈਨੂੰ ਪੂਰੇ ਅੰਕੜੇ ਨਹੀਂ ਪਤਾ ਕਿ ਕਿੰਨੀ ਕੁ ਗੱਡੀ ਤੇ ਕਿੰਨੇ ਕੁ ਲੋਕ ਸਾਡੇ ਨਾਲ ਜਿੱਥੇ ਆਣ ਕੇ ਜੁੜੇ ਨੇ। ਤੁਸੀਂ ਵੇਖ ਸਕਦੇ ਹੋ ਕਿ ਅਜੇ ਲਾਈਨ ਟੁੱਟਣ ਤੇ ਨਹੀਂ ਆ ਰਹੀ, ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਇੱਕ ਛੋਟੇ ਜਿਹੇ ਸਿਰੇ ਤੇ ਇੰਨਾ ਵੱਡਾ ਇਕੱਠ ਕਰਨਾ ਕਿਤੇ ਮਾਮੂਲੀ ਚੀਜ਼ ਨਹੀਂ ਹੁੰਦੀ। ਇੰਨਾ ਵੱਡਾ ਇਕੱਠ ਜੋ ਕਿ ਅੱਜ ਇੱਥੇ ਹੋਇਆ ਹੈ, ਤੁਸੀਂ ਵੇਖ ਰਹੇ ਹੋ ਕਿ ਕਿੰਨੇ ਲੋਕ ਬਹੁਤ ਹੀ ਉਤਸ਼ਾਹ ਨਾਲ ਬੈਨਰਾਂ ਨਾਲ ਆਪਣਾ ਕੰਮਕਾਰ ਛੱਡ ਕੇ ਅੱਜ ਇੱਥੇ ਸਾਡੇ ਨਾਲ ਆਣ ਕੇ ਜੁੜੇ ਨੇ। I want to introduce my friend Dale, Lieutenant
very honest officer. I've known him for 10 years. Very good friend and real good serviceman. So I would like Dale to share his experience. How do you think? How was this crowd? Do you see anything rowdy or anything hush hush or any? What's your feeling? I guess I'll pull down my mask. Of course not. I mean, I've been working with the Sikh community and with Sunny for many years. Great community. The police department and the organization in the township have very good relations with the Sikh community. I have nothing but great things to say. Sunny and I think we have lunch once a month. We used to have lunch once a month. This event's very important and we're very proud to support it here at the Canton Police Department. ਜਿਹੜਾ ਤੁਸੀਂ ਲਾਅ ਬਣਾ ਰਹੇ ਹੋ ਕਿ ਤੁਸੀਂ ਜਿੰਨੀ ਮਰਜ਼ੀ ਕੁਆਂਟੀਟੀ ਦੇ ਵਿੱਚ ਗ੍ਰੇਨਸ ਨੂੰ ਸਟੋਰ ਕਰ ਸਕਦੇ ਹੋ ਡਸਨਟ ਮੀਨ ਐਨੀਥਿੰਗ। ਉਹ ਜਦ ਬੰਦਾ ਆਪਣੀ ਫਸਲ ਵੱਢ ਕੇ ਮੰਡੀ ਤੱਕ ਨਹੀਂ ਲੈ ਕੇ ਜਾ ਸਕਦਾ ਉਹ ਸਟੋਰੇਜ ਕਿੱਦਾਂ ਕਰ ਸਕਦਾ? ਇਹ ਸਿੱਧਾ ਜਿਹੜਾ ਕਾਰਪੋਰੇਟ ਸੈਕਟਰ ਆ ਉਹਨੂੰ ਫੇਵਰ ਕਰ ਰਿਹਾ। ਤੇ ਦੂਜੀ ਗੱਲ ਜਿਹੜੀ ਐਗਰੀਮੈਂਟ ਦੀ ਫਾਰਮਰਸ ਐਗਰੀਮੈਂਟ ਜਿਹੜਾ ਸੈਕੰਡ ਲਾਅ ਬਿੱਲ ਆ ਉਹਦੇ ਵਿੱਚ ਵੀ ਸਿਰਫ ਸਿੱਧਾ ਜਿਹੜਾ ਤੁਸੀਂ ਆਪਣੀ ਆਵਾਜ਼ ਆ ਜੇ ਤੁਹਾਡੇ ਨਾਲ ਕੁਝ ਹੁੰਦਾ ਵਾ ਤੁਸੀਂ ਆਵਾਜ਼ ਨਹੀਂ ਉਠਾ ਸਕਦੇ। ਸੋ ਦਿਸ ਇਜ਼ ਰੀਅਲੀ ਰੋਂਗ। ਜਿਹੜਾ ਕੁਝ ਵੀ ਇਹ ਲਾਅਸ ਤੁਸੀਂ ਬਣਾਏ ਨੇ ਤੁਹਾਨੂੰ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਆ, ਫਾਰਮਰਸ ਦੀ ਗੱਲ ਸੁਣਨੀ ਚਾਹੀਦੀ ਆ। ਤੇ ਮੈਂ ਇਹੀ ਗੱਲ ਤੇ ਜ਼ੋਰ ਦੇਣਾ ਚਾਹੁੰਦਾ ਫਾਰਮਰਸ ਦੇ ਨਾਲ ਖੜੋ ਤੇ ਫਾਰਮਰਸ ਦੀ ਗੱਲ ਸੁਣੋ। No farmers, no food. 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 My name is Karamjeet Singh Nagara. We gathered here just because for a peaceful request and peaceful protest for our farmers in India. This is a request for the Indian government that please don't take back all the laws that you have made for all our farmers. There are 3 laws that have been made. This is because we are independent. These are our land, and we won't work as laborers in our land. This is these lands were hand plowed by our grandfathers, fathers, and we won't leave our land and we won't be a laborer in our own land. The whole story behind this is that if these big companies take our land, eventually what they will do is when our farmers won't be able to pay their loans, they will eventually take over the lands and make our fathers, us as farmers, as laborers in our old field. So we peacefully request the Indian government, because it's been 2 months and our farmers are sitting in the month of December peacefully protesting. So don't make it as a religious issue, make it as a farmer issue, because all Indian farmers are together right now. मैं आए हुए सारे वीरां नूं, भैणां नूं, मातावां नूं, बजुर्गां नूं ते नौजवान पीढ़ी नूं बहुत ਧੰਨਵਾਦ ਕਰਦਾ ਉਹਨਾਂ ਦੇ ਆਉਣ ਦਾ ਇੱਥੇ। ਤੇ ਜਿੱਦਾਂ ਸਾਡੇ ਭਰਾ ਉੱਥੇ ਇੰਡੀਆ ਦੇ ਵਿੱਚ ਬਜ਼ੁਰਗ ਈਵਨ ਮਾਤਾਵਾਂ ਸਾਰੇ ਇੱਥੇ ਠੰਡ ਦੇ ਵਿੱਚ ਉੱਥੇ ਪ੍ਰੋਟੈਸਟ ਕਰ ਰਹੇ ਨੇ ਪੂਰੀ ਜਿਵੇਂ ਕਹਿ ਲਓ ਕਿ ਇੱਥੇ ਤਾਂ ਫਿਰ ਵੀ ਸਾਡੇ ਕੋਲ ਗੱਡੀਆਂ ਨੇ ਸੌਰੀ ਤੇ ਫਿਰ ਵੀ 10 ਮਿੰਟ ਬੈਠ ਜਾਂਦੇ ਗੱਡੀ ਵਿੱਚ ਜਾ ਕੇ ਚਲੋ ਥੋੜਾ ਨਿੱਘ ਆ ਜਾਂਦਾ। ਪਰ ਉਹਨਾਂ ਨੂੰ ਸਲੂਟ ਆ ਜਿਹੜੇ ਉੱਥੇ ਸੜਕਾਂ ਦੇ ਉੱਪਰ ਟਰਾਲੀਆਂ ਦੇ ਵਿੱਚ ਤੰਬੂ ਲਾ ਕੇ ਬੈਠੇ ਹੋਏ ਆ ਇੱਦਾਂ ਦੀ ਭਰ ਠੰਡ ਦੇ ਵਿੱਚ। ਮੈਨੂੰ ਲੱਗਦਾ ਕਿ ਜੋ ਬਿੱਲ ਆਏ ਨੇ ਉਹਨਾਂ ਬਾਰੇ ਹੁਣ ਤਾਂ ਅਸੀਂ ਬਿਲਕੁਲ ਜਾਗਰੂਕ ਹੋ ਚੁੱਕੇ ਆ। ਸਭ ਨੂੰ ਪਤਾ ਹੈ ਕਿ ਉਹਨਾਂ ਦੇ ਇਫੈਕਟ ਕੀ ਹੋਣੇ ਨੇ ਅੱਗੇ ਜਾ ਕੇ। ਉਹਦੇ ਲਈ ਹੁਣ ਮੈਂ ਗੱਲ ਨਹੀਂ ਕਰਨੀ ਚਾਹੁੰਦਾ ਕਿ ਉਹ ਹੁਣ ਸਾਰਾ ਮੀਡੀਆ ਵਿੱਚ ਵੀ ਸਾਰਾ ਕੁਝ ਆ ਚੁੱਕਾ ਹੈ ਅੱਗੇ। ਪਹਿਲੋਂ ਪਹਿਲ ਆਈ ਥਿੰਕ ਪਹਿਲੇ ਮਹੀਨੇ ਵਿੱਚ ਲੱਗਦਾ ਸੀਗਾ ਕਿ ਕਈਆਂ ਨੂੰ ਪਤਾ ਨਹੀਂ ਸੀਗਾ, ਅਵੇਅਰਨੈਸ ਨਹੀਂ ਹੈਗੀ ਕਿ ਬਿੱਲ ਹੈ ਕਾਹਦੇ ਆ, ਉਹ ਕੀ ਹੈ ਅਤੇ ਉਹਨਾਂ ਦਾ ਰੂਪ ਕੀ ਹੋਏਗਾ ਅੱਗੇ ਜਾ ਕੇ। ਉਹ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਪਤਾ ਲੱਗ ਚੁੱਕਾ ਆ। ਪਰ ਹੁਣ ਜੋ ਸਭ ਤੋਂ ਪਹਿਲਾਂ ਤਾਂ ਮੈਂ ਇੰਡੀਅਨ ਗਵਰਨਮੈਂਟ ਨੂੰ ਗੁਜ਼ਾਰਿਸ਼ ਕਰਨੀ ਚਾਹੁੰਦਾ ਕਿ ਬੇਨਤੀ ਕਰਨੀ ਚਾਹੁੰਦਾ ਮੋਦੀ ਸਾਹਿਬ ਨੂੰ ਤੇ ਉਹਨਾਂ ਦੀ ਸਾਰੀ ਜਿਹੜੀ ਹੈਗੀ ਆ ਗਵਰਨਮੈਂਟ ਦੇ ਮੈਂਬਰ ਪਾਰਲੀਮੈਂਟ ਮੈਂਬਰ ਹੈਗੇ ਨੇ ਵੀ ਤੁਸੀਂ ਦੇਖ ਹੀ ਲਿਆ ਕਿ ਕਿਸ ਤਰ੍ਹਾਂ ਦੇ ਪ੍ਰੋਟੈਸਟ ਹੋ ਰਹੇ ਆ। ਜੇ ਤੁਸੀਂ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਇਹਦੇ ਰਿਜ਼ਲਟ ਜਿਹੜੇ ਆ ਸ਼ਾਇਦ ਬਹੁਤ ਹੀ ਮਾੜੇ ਨਿਕਲਣਗੇ। ਇਹ ਕੋਈ ਇੱਕ ਧਰਮ ਜਾਂ ਇੱਕ ਕਬੀਲੇ ਦੀ ਮੰਗ ਨਹੀਂ ਹੈ, ਸਾਰੇ ਪੂਰੇ ਇੰਡੀਆ ਦੇ ਕਿਸਾਨਾਂ ਦੀ ਮੰਗ ਆ। ਕਿਉਂਕਿ ਉਹਨਾਂ ਦੀ ਜੋ ਹੈ ਨਾ ਇੱਕ ਭਾਵਨਾਤਮਕ ਸਾਂਝ ਆ ਸਾਡੀ ਖੇਤੀ ਦੇ ਨਾਲ, ਉਹ
ਕਿਸੇ ਵੀ ਕੀਮਤ ਤੇ ਮੁੱਲ ਨਹੀਂ ਖਰੀਦੀ ਜਾ ਸਕਦੀ, ਕਿਉਂਕਿ ਉਹਨਾਂ ਨੇ ਜ਼ਮੀਨਾਂ ਖੁਦ ਆਬਾਦ ਕੀਤੀਆਂ ਆ, ਖੁਦ ਮਿਹਨਤ ਕਰਕੇ। ਇਹ ਉਹਨਾਂ ਦਾ ਪ੍ਰਾਈਡ ਆ ਜੋ ਉਹਨਾਂ ਨੇ ਖੁਦ ਆਪ ਕ੍ਰੀਏਟ ਕੀਤਾ ਆ, ਸਦੀਆਂ ਤੋਂ ਚੱਲਦਾ ਆ ਰਿਹਾ ਆ। ਅਸੀਂ ਕੋਈ ਵੀ ਡਿਗਰੀ ਕਰ ਲਈਏ ਜਾਂ ਕੋਈ ਵੀ ਕੰਮ ਬਾਅਦ ਚੋਂ ਸ਼ੁਰੂ ਕਰ ਲਈਏ, ਵੱਡੇ ਬਿਜ਼ਨਸਮੈਨ ਬਣ ਜਾਈਏ, ਪਰ ਪਹਿਲਾਂ ਅਸੀਂ ਕਿਸਾਨ ਆ। ਐਜ਼ ਏ ਕਿਸਾਨ ਅਸੀਂ ਪੈਦਾ ਹੋਏ, ਐਜ਼ ਏ ਕਿਸਾਨ ਅਸੀਂ ਜਨਮ ਲਿਆ ਆ, ਕਿਉਂਕਿ ਸਾਡੇ ਵਾਸਤੇ ਇੱਕ ਪਹਿਲ ਆ। ਜੇ ਕੋਈ ਬੰਦਾ ਕੋਈ ਬਿਜ਼ਨਸ ਕਰਦਾ ਜਾਂ ਕੰਮਕਾਰ ਕਰਦਾ, ਉਹਦੇ ਵਾਸਤੇ ਉਹ ਸੈਕੰਡਰੀ ਚੀਜ਼ ਆ। ਤਾਂ ਫਸਟ ਆਪਾਂ ਫਾਰਮਰ ਆ, ਕਿਉਂਕਿ ਆਪਾਂ ਪੈਦਾ ਫਾਰਮਰ ਹੋਏ ਆ। ਮੈਂ ਖੁਦ ਫਾਰਮਿੰਗ ਕਰਦਾ ਰਿਹਾ ਤੇ ਫਾਰਮਰ ਫੈਮਿਲੀ ਦੇ ਵਿੱਚ ਮੈਂ ਜੰਮਿਆ ਪਲਿਆ। ਤੇ ਮਾਈ ਫਾਦਰ ਵਾਜ਼ ਐਕਸ ਆਰਮੀ ਕੈਪਟਨ, ਰਿਟਾਇਰਡ ਐਜ਼ ਇੰਟੈਲੀਜੈਂਸ ਆਫਿਸਰ। ਮਾਈ ਗ੍ਰੈਂਡਫਾਦਰ ਵਾਜ਼ ਆਰਮੀ ਆਫਿਸਰ, ਪਰ ਅਸੀਂ ਪਹਿਲਾਂ ਕਿਸਾਨ ਆ। ਸੋ ਇਹ ਇੱਕ ਤਾਂ ਇਹ ਬੇਨਤੀ ਆ ਮੋਦੀ ਸਾਹਿਬ ਨੂੰ ਤੇ ਉਹਨਾਂ ਦੀ ਗਵਰਨਮੈਂਟ ਨੂੰ। ਨੰਬਰ 2 ਤੇ ਉਹਦੇ ਰਿਜ਼ਲਟ ਵੀ ਜਿਹੜੇ ਹੈਗੇ ਨੇ ਨਾ, ਉਹ ਸਾਨੂੰ ਸਮਝਣੇ ਚਾਹੀਦੇ ਕਿ ਜੇ ਤੁਸੀਂ ਗੱਲ ਮੰਗਾਂ ਨਹੀਂ ਮੰਨਦੇ ਤਾਂ ਦਿਨ ਉਹਦੇ ਰਿਜ਼ਲਟ ਜਿਹੜੇ ਆ ਉਹ ਪੂਰਾ ਇੰਡੀਆ ਇਸ ਵੇਲੇ ਪੂਰਾ ਭੜਕਿਆ ਪਿਆ ਵਾ ਇਸ ਗੱਲ ਕਰਕੇ, ਤੇ ਉਹਦੇ ਰਿਜ਼ਲਟ ਦੇਸ਼ ਲਈ ਮਾੜੇ ਹੋਣਗੇ, ਚੰਗੇ ਨਹੀਂ ਹੋਣਗੇ। ਫਿਰ ਦੂਜੇ ਨੰਬਰ ਤੇ ਮੈਂ ਕਹਿਣਾ ਆਪਣੇ ਸਾਡੇ ਕਿਸਾਨ ਵੀਰਾਂ ਨੂੰ ਵਧਾਈ ਦਾ ਉਹਨਾਂ ਪਾਤਰ ਹੈਗੇ ਨੇ ਜਿਹੜੇ ਅਜੇ ਵੀ ਇਕੱਠੇ ਹੋ ਕੇ ਬੈਠੇ ਤੇ ਇਦਾਂ ਇਕੱਠੇ ਹੋਏ ਰਹਿਣ। ਜਿਹੜੀ ਲਹਿਰ ਆ ਉਹ ਜਿੱਥੇ ਪਹੁੰਚਣੀ ਸੀ ਆਲਰੇਡੀ ਪਹੁੰਚ ਚੁੱਕੀ ਆ, ਤੇ ਇਹਨੂੰ ਹੁਣ ਹੋਲਡ ਕਰਕੇ ਰੱਖਣ ਦੀ ਲੋੜ ਆ। ਇਦਾਂ ਹੀ ਕਿ ਜਿਹੜਾ ਦਬਾਅ ਬਣਿਆ ਰਹੇ, ਤਾਂ ਪਲੀਜ਼ ਇਕੱਠੇ ਰਹੋ, ਕੋਈ ਇਦਾਂ ਦੀ ਹਰਕਤ ਨਾ ਹੋਵੇ, ਸ਼ਰਾਰਤੀ ਅਨਸਰਾਂ ਤੋਂ ਬਚ ਕੇ ਰਹੋ, ਕਿਉਂਕਿ ਲਹਿਰ ਜਿਹੜੀ ਆ ਜਿੱਥੇ ਪਹੁੰਚਣੀ ਸੀ ਪਹੁੰਚ ਚੁੱਕੀ ਆ। ਬਹੁਤ ਹੀ ਵਧੀਆ ਉਪਰਾਲਾ ਉੱਥੇ ਧੰਨਵਾਦ ਕਰਦਾ ਜਿਨ੍ਹਾਂ ਨੇ ਲੰਗਰ ਲਾਏ ਆ, ਜਿਹੜਾ ਸਾਰਾ ਕੁਝ ਬਣਾ ਕੇ ਉੱਥੇ ਪ੍ਰੋਵਾਈਡ ਕੀਤਾ ਉਹਨਾਂ ਨੇ। ਤੇ ਇਹ ਕਹਿ ਲਓ ਵੀ ਬਾਬੇ ਨਾਨਕ ਦੀ ਉਹ ਕਿਰਪਾ ਹੈ, ਜਿਹੜਾ 20 ਰੁਪਏ ਦਾ ਲੰਗਰ ਲਾਇਆ ਉਹ ਕਹਿ ਲਓ ਵੀ 20 ਕਰੋੜਾਂ ਦਾ ਹੋਇਆ ਪਿਆ ਇਸ ਵੇਲੇ। ਤੇ ਵਾਹਿਗੁਰੂ ਇੱਦਾਂ ਹੀ ਰੱਖੇ। ਤੇ ਇਸ ਦੇ ਨਾਲ ਹੀ ਮੈਂ ਬੇਨਤੀ ਕਰਦਾ ਕਿ ਪਲੀਜ਼ ਜਿਹੜੇ ਸ਼ਰਾਰਤੀ ਅਨਸਰ ਵੀ ਆ ਨਾ ਗਵਰਨਮੈਂਟ ਵੱਲੋਂ ਜਾਂ ਏਜੰਸੀਆਂ ਵੱਲੋਂ ਛੱਡੇ ਗਏ ਆ, ਉਹ ਵੀ ਆਪਣੀ ਇੱਕ ਵਾਰੀ ਨਾ ਆਤਮਾ ਨੂੰ ਝੰਜੋੜ ਕੇ ਵੇਖਣ, ਆਪਣੇ ਅੰਦਰ ਇੱਕ ਵਾਰੀ ਝਾਤ ਮਾਰ ਕੇ ਦੇਖਣ ਕਿ ਉਹ ਕੀ ਕਰਨ ਜਾ ਰਹੇ ਆ। ਬੇਸ਼ੱਕ ਲੱਖਾਂ ਕਰੋੜ ਰੁਪਈਆ ਉਹਨੂੰ ਆਫਰ ਕੀਤਾ ਗਿਆ ਹੋਊਗਾ, ਪਰ ਇਸ ਚੀਜ਼ ਦਾ ਮੁੱਲ ਕੋਈ ਨਹੀਂ ਹੈ। ਸ਼ਾਇਦ ਉਹ ਵੀ ਬੰਦੇ ਜਿਹੜੇ ਹੈਗੇ ਉਹ ਵੀ ਫਾਰਮਿੰਗ ਦੇ ਵਿੱਚ ਉਹਨਾਂ ਦੇ ਕੋਈ ਨਾ ਕੋਈ ਰਿਸ਼ਤੇਦਾਰ ਜਾਂ ਭੈਣ ਭਰਾ ਇਨਵੋਲਵ ਹੋਣ। ਇਸ ਕਰਕੇ ਉਹ ਪਲੀਜ਼ ਆਪਣੇ ਇਹ ਚੀਜ਼ਾਂ ਨੂੰ ਆਪਣੇ ਕੋਲ ਹੀ ਰੱਖਣ, ਤੇ ਪ੍ਰੋਟੈਸਟ ਜਿਹੜਾ ਹੈਗਾ ਸ਼ਾਂਤਮਈ ਹੋਈ ਜਾ ਰਿਹਾ, ਇਹਨੂੰ ਚੱਲਦਾ ਰੱਖਣ। ਇਦਾਂ ਹੀ ਜਿਹੜੀ ਮੈਂ ਗੱਲ ਤੇ ਐਮਫਸਾਈਜ਼ ਕਰਨਾ ਚਾਹੁੰਦਾ ਉਹ ਇਹ ਆ, ਮੇਰੇ ਵਰਗੇ ਕਈ ਹੋਣ ਇੱਥੇ ਯੂਐਸ ਦੇ ਵਿੱਚ ਜਿਹੜੇ ਕਿ ਛੋਟੀ ਉਮਰ 'ਚ ਇੱਥੇ ਆ ਗਏ, ਜਿਨ੍ਹਾਂ ਨੇ ਖੇਤੀਬਾੜੀ ਆਪ ਨਹੀਂ ਕੀਤੀ। ਮੇਰੀ ਫੈਮਿਲੀ ਮਾਈ ਡੈਡ ਸਟਿਲ ਡਜ਼ ਫਾਰਮਿੰਗ ਬੈਕ ਹੋਮ, ਬਟ ਮੈਂ ਇੱਥੇ 16-17 ਸਾਲਾਂ ਦੀ ਉਮਰ 'ਚ ਆ ਗਿਆ, ਮੈਂ ਆਪ ਨਹੀਂ ਕੀਤੀ ਫਾਰਮਿੰਗ। ਪਰ ਜਦੋਂ ਮੈਂ ਉੱਥੇ ਜਿਹੜੀ ਹਿਊਮਨ ਰਾਈਟ ਵਾਇਲੇਸ਼ਨਸ ਦੇਖਦਾ ਆ, ਤੁਸੀਂ ਭੁੱਲ ਜਾਓ ਭਾਵੇਂ 3 ਬਿੱਲਾਂ ਦਾ, ਜੇ ਨਹੀਂ ਵੀ ਪਤਾ ਤੁਹਾਨੂੰ ਨਵੀਂ ਜਨਰੇਸ਼ਨ ਨੂੰ, ਬਟ ਦ ਹਿਊਮਨ ਰਾਈਟ ਵਾਇਲੇਸ਼ਨਸ ਜਿਹੜੀਆਂ ਉੱਥੇ ਹੋ ਰਹੀਆਂ ਨੇ, ਹਾਊ ਦ ਪੀਸਫੁਲ ਪ੍ਰੋਟੈਸਟਰਸ ਆਰ ਬੀਇੰਗ ਡੈਲਟ ਵਿਦ ਐਂਡ ਹਾਊ ਦੇ ਆਰ ਬੀਇੰਗ ਅਪਰੈਸਡ। Right? That's the main concern. I think that's what we need to stand up for. Anybody in a democracy, especially when you call it the largest democracy in the world, they need to be allowed to bring their opinion up. If somebody doesn't agree with the government, they need to be allowed to bring their opinions. Instead of that, ਉਹਨਾਂ ਨੂੰ ਡੰਡਿਆਂ ਨਾਲ ਮਾਰਿਆ ਜਾ ਰਿਹਾ, they are being dealt with tear gas shells, they're being dealt with water cannons, and that's not right. So instead of bringing them to the table and discussing the issues, the government has chosen the way of ignoring that. And I think that's why the immigrants and people all across the world are more riled up, because the government in India is not listening, and we need to, as people outside of India, we need to put political pressure and media pressure, and that can be done by you guys, the media pressure. We need to reach out to the big national, international TV channels or the print media and ask them to put pressure. So that's all I wanted to say. Again, I support farmers. I support farmers' movement. I support their protest, and I think we all need to do that and do our part to bring this cause to the forefront. Thank you. Rivera Sandhu, and I just want to take a few minutes of your time. I know many people have spoken about this issue, but like Andy just recently said, I think the focus needs to be on human rights issues.
You know, that cuts across all boundaries. You know, race, religion. Everybody's a human being and they deserve to be treated with respect, not tear gas and water cannons and, you know, lefty charges. That's not the way to handle it when somebody disagrees with you. And if we want to be a democracy, if we want to have, you know, say we're the world's largest democracy, we need to act like it, and that's not acceptable. So that's why, you know, we're here today protesting for the rights of farmers. ਸਾਰਿਆਂ ਨੇ ਵੇਖਿਆ ਕਿ ਸਾਨੂੰ ਬਹੁਤ ਹੀ ਇੱਥੇ ਭਰਵਾਂ ਹੁੰਗਾਰਾ ਮਿਲਿਆ। ਇੰਨੇ ਲੋਕਾਂ ਨੇ ਇੱਥੇ ਆਪਣੇ ਕੰਮਕਾਰ ਛੱਡ ਕੇ ਜ਼ਰੂਰੀ ਕੰਮਾਂ ਦੇ ਵਿੱਚੋਂ ਥੋੜਾ ਜਿਹਾ ਟਾਈਮ ਕੱਢ ਕੇ ਤੇ ਸ਼ਾਇਦ ਤੁਹਾਨੂੰ ਮੈਂ ਦੱਸ ਦੇਵਾਂ ਕਿ ਅੱਜ ਦਾ ਟੈਂਪਰੇਚਰ ਜੋ ਹੈ ਇੱਥੇ 35 ਡਿਗਰੀ ਫਾਰਨਹਾਈਟ ਹੈਗਾ, ਜਿਸ ਨਾਲ ਬਹੁਤ ਹੀ ਠੰਡ ਹੈ। ਤੁਸੀਂ ਵੇਖ ਸਕਦੇ ਹੋ ਕਿ ਫਿਰ ਵੀ ਇਹ ਲੋਕਾਂ ਦਾ ਇਹ ਜਜ਼ਬਾ ਜੋ ਕਿ ਕਿਸਾਨਾਂ ਦੀ ਲਹਿਰ ਨੂੰ ਬਚਾਉਣ ਵਾਸਤੇ ਇਹ ਇੱਥੇ ਕੈਂਟਨ ਦੇ ਵਿੱਚ ਅੱਜ ਇਕੱਠੇ ਹੋਏ ਨੇ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਵੀ ਇੱਥੇ ਪਹੁੰਚ ਸਕਿਆ। ਕੁਝ ਬੰਦੇ ਜਿਹੜੇ ਨਹੀਂ ਪਹੁੰਚ ਸਕੇ, ਕਈਆਂ ਦੇ ਕੁਝ ਹਾਲਾਤ ਨਹੀਂ ਇਜਾਜ਼ਤ ਦਿੰਦੇ ਕਿ ਉਹ ਇੱਥੇ ਆ ਕੇ ਸਾਡੇ ਦਾ ਸਹਿਯੋਗ ਕਰ ਸਕਣ, ਪਰ ਉਹ ਸਾਡੇ ਨਾਲ ਅੱਜ ਟੀਵੀ ਦੇ ਰਾਹੀਂ ਘਰ ਬੈਠੇ ਸਾਡੇ ਨਾਲ ਜੁੜੇ ਨੇ। ਉਹਨਾਂ ਦੇ ਆਪਣੇ ਰਾਹ ਨੇ ਜਿਨ੍ਹਾਂ ਨਾਲ ਉਹ ਘਰੋਂ ਬੈਠੇ ਹੀ ਜੁੜੇ ਹੋਏ ਨੇ। ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਸਾਰੇ ਬੰਦੇ ਜਿੰਨੇ ਵੀ ਘਰਾਂ 'ਚ ਬੈਠੇ ਸਾਨੂੰ ਵੇਖ ਰਹੇ ਨੇ, ਆਪਣਾ ਸੋਸ਼ਲ ਮੀਡੀਆ ਦੇ ਥਰੂ, ਕਿਉਂਕਿ ਹਰ ਕਿਸੇ ਦੇ ਕੋਲ ਅੱਜ ਕੱਲ੍ਹ ਦੀ ਡੇਟ ਦੇ ਵਿੱਚ ਫੋਨ ਅਵੇਲੇਬਲ ਆ, ਤੁਸੀਂ ਸਾਰੇ ਸੋਸ਼ਲ ਮੀਡੀਆ ਦੇ ਥਰੂ ਪੋਸਟ ਪਾ ਕੇ ਕਿਸੇ ਵੀ ਤਰੀਕੇ ਨਾਲ ਆਪਣਾ ਸਹਿਯੋਗ ਤੇ ਯੋਗਦਾਨ ਦੇ ਸਕਦੇ ਹੋ। ਤੇ ਜਿਸ ਤਰ੍ਹਾਂ ਮੈਂ ਇਹ ਗੁਜ਼ਾਰਿਸ਼ ਕੀਤੀ ਹੈ ਕਿ ਸੋਸ਼ਲ ਮੀਡੀਆ ਇੱਕ ਬਹੁਤ ਹੀ ਵਧੀਆ ਪਲੇਟਫਾਰਮ ਹੈ, ਤੁਸੀਂ ਉਹਦੇ ਰਾਹੀਂ ਆਪਣਾ ਸਹਿਯੋਗ ਦਿਓ। ਤੇ ਥੈਂਕ ਯੂ ਵੈਰੀ ਮੱਚ ਜੀ, ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦਾ। ਥੈਂਕ ਯੂ। ਸਫਰ ਟੀਵੀ ਨੂੰ ਦੇਖਣ ਵਾਲੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ, ਤੁਹਾਡਾ ਬਹੁਤ ਧੰਨਵਾਦ ਜੀ ਸਾਰਿਆਂ ਦਾ। ਤੇ ਸਾਰੇ ਪੰਜਾਬੀ ਭਰਾਵਾਂ ਭੈਣਾਂ ਦਾ ਵੀ ਮੈਂ ਧੰਨਵਾਦ ਕਰਨਾ ਚਾਹੂੰਗਾ ਜਿਹੜੇ ਇੰਨੀ ਠੰਡ ਦੇ ਵਿੱਚ ਇੱਥੇ ਆਏ ਨੇ, ਵਧਾਈ ਦੇ ਪਾਤਰ ਨੇ। ਤੇ ਪੰਜਾਬੀਓ ਡਟੇ ਰਹਿਣਾ, ਦਬਣਾ ਨਹੀਂ ਗਾ, ਜਿੱਤ ਆਪਣੀ ਪੱਕੀ ਹੋਣੀ ਆ। ਮਿਲਦੇ ਹਾਂ ਦੁਬਾਰਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਇੱਥੇ ਤੁਹਾਨੂੰ ਰੈਲੀ ਦੇ ਅਪਡੇਟ ਤਾਂ ਮਿਲ ਗਏ ਆ ਸਫਰ ਟੀਵੀ ਦੇ ਵੱਲੋਂ। ਸੋ ਬਹੁਤ ਹੀ ਜ਼ਿਆਦਾ ਕਰਾਊਡ, ਅਨਐਕਸਪੈਕਟਡਲੀ ਮੋਰ ਦੈਨ ਜਿੰਨੀ ਕਿ ਪਲੈਨਿੰਗ ਸੀ ਸਾਡੀ। ਸਾਨੂੰ ਸੀਗਾ ਵੀ ਬੱਚਿਆਂ ਦੇ ਥਰੂ ਜੋ ਕੰਟੈਕਟ ਕੀਤਾ ਕਿ ਵੀ ਲਗਭਗ ਕੋਈ 100 ਕਾਰ ਹੋ ਜੂਗੀ ਜਾਂ 200 ਵੱਧ ਤੋਂ ਵੱਧ, ਪਰ ਮੇਰਾ ਖਿਆਲ ਪੁਲਿਸ ਦੇ ਹਿਸਾਬ ਸੇ 750 800 ਕਾਰ ਸੀਗੀ। ਸੋ ਐਨ ਆਸਮ ਸਪੋਰਟ ਸ਼ੋਰਟ ਨੋਟਿਸ ਤੇ ਸੀਗੀ। ਤੇ ਆਪਾਂ ਇੱਕੋ ਹੀ ਸਿਰਫ ਬੇਨਤੀ ਕਰਾਂਗੇ, ਸਰਕਾਰ ਨੂੰ ਬੇਨਤੀ ਕਰਾਂਗੇ, ਅਸੀਂ ਪਿਆਰ ਨਾਲ ਪੀਸ ਲਵਿੰਗ ਪੀਪਲ ਹੈਗੇ ਆ, ਵੈਰੀ ਪ੍ਰੋਫੈਸ਼ਨਲ। The government, democratic society, the government is for the people, of the people and by the people. So, with keeping that definition of democratic government in mind, we would want you to cooperate with the people of India, the farming community. 70% of them, the farming community in India, is suffering, is feeling that they will suffer. Your intentions might be very great and we appreciate them, but looks like it's not going in favor of the community you are giving it to, the farmers. So humble request to the leaders, the government of India, please take these 3 laws off, just abolish them. Very simple for you guys to do it. You have done implementation that easy, so take it out and let everybody live peacefully. The peace loving, the very humble, very nice people of India, let them live a very peaceful. Farmers are the best, you know that. The most hard-working community on earth, farmers. We should not be doing this to the farmers. They don't deserve it from the country which is 70% dependent upon farmers. So I really appreciate if you can get my message from the heart as a farmer. I really request, take these three laws off. Might be implement something with the consent. Talk to the leaders of the farmers and make a rule. Fine, but not a rule which they don't even know and it's enforced from them. Thank you. I really appreciate and everybody's support. Waheguru Ji ka Khalsa, Waheguru Ji ki Fateh. No farmers! No food! No farmers! No food! No farmers! No food! किसान एकता! किसान एकता! किसान एकता! किसान एकता! No farmers! No food! No farmers! No food! No farmers! ਨਾ ਅਸੀਂ ਤਾਂ ਰੱਬ ਦੇ ਪਤਾ ਨਹੀਂ ਕੀ ਮਾਂ ਮਾਰਿਆ, ਕੋਈ ਵੀ ਕੰਮ